ਦੀ ਦੁਨੀਆ ਦੇ ਵਿੱਚ ਬਹਿੰਦਾ ਰਹਿੰਦਾ ਹੈ। ਦਿਨ ਰਾਤ ਇਹਦੇ ਅੰਦਰ ਫੁਰਨੇ ਚੱਲਦੇ ਰਹਿੰਦੇ ਨੇ ਔਰ ਉਹਨਾਂ ਫੁਰਨਿਆਂ ਦੇ ਵਿੱਚ ਸਭ ਤੋਂ ਵੱਧ ਗਿਣਤੀ ਉਹਨਾਂ ਖਿਆਲਾਂ ਦੀ ਹੈ ਜਿਨ੍ਹਾਂ ਖਿਆਲਾਂ ਵਿੱਚ ਇਹ ਸੋਚਦਾ ਵੀ ਜੋ ਕੁਝ ਮੈਂ ਸੋਚਿਆ ਵੀ ਉਹੀ ਹੋਣਾ ਚਾਹੀਦਾ ਹੈ। ਪਰ ਮੇਰੇ ਪਾਤਸ਼ਾਹ ਕਹਿੰਦੇ ਇਹੀ ਬੰਦੇ ਦੀ ਸਭ ਤੋਂ ਵੱਡੀ ਅਗਿਆਨਤਾ ਹੈ, ਕਿਉਂਕਿ ਬੰਦੇ ਦੇ ਸੋਚਣ ਨਾਲ ਕੁਝ ਨਹੀਂ ਹੁੰਦਾ। ਮਨੁੱਖ ਦੀ ਸੋਚ ਦਾ ਇੱਕ ਦਾਇਰਾ ਹੈ, ਬੰਦੇ ਦੀ ਸੋਚ ਦੀ ਇੱਕ ਸੀਮਾ ਹੈ, ਇੱਕ ਹੱਦ ਹੈ। ਕਹਿੰਦੇ ਸੰਸਾਰ ਦੇ ਵਿੱਚ ਵਾਪਰਨਾ ਉਹੀ ਹੈ ਜੋ ਅਕਾਲ ਪੁਰਖ ਪਰਮਾਤਮਾ ਨੂੰ ਭਾਉਂਦਾ ਪਿਆ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨਰ ਚਾਹਤ ਕਛ ਔਰੈ ਕੀ ਔਰੈ ਭਈ, ਵੀ ਬੰਦਾ ਚਾਹੁੰਦਾ ਕੁਛ ਹੋਰ ਹੈ। ਇਹ ਚਾਹੁੰਦਾ ਜੋ ਮੈਂ ਸੋਚਦਾ ਪਿਆ ਉਹ ਹੋਣਾ ਚਾਹੀਦਾ ਹੈ, ਪਰ ਹੁੰਦਾ ਕੀ ਹੈ? ਹਰ ਭਾਵੈ ਸੋ ਹੋਏ, ਹੁੰਦਾ ਉਹ ਹੈ ਜੋ ਪਰਮਾਤਮਾ ਨੂੰ ਭਾਉਂਦਾ ਪਿਆ ਹੈ। ਸਤਿਗੁਰੂ ਸਾਹਿਬ ਕਹਿੰਦੇ ਬੰਦਾ ਜਿੰਨੀਆਂ ਮਰਜ਼ੀ ਸੋਚਾਂ ਸੋਚੀ ਜਾਏ, ਕਦੇ ਇਹਦੇ ਸੋਚਣ ਨਾਲ ਵੀ ਕੁਝ ਬਦਲਣ ਲੱਗਾ। ਸਤਿਗੁਰੂ ਸਾਹਿਬ ਨੇ ਪਵਿੱਤਰ ਬਾਣੀ ਵਿੱਚ ਬਚਨ ਕੀਤਾ, ਕਹਿੰਦੇ ਹਰ ਕੀ ਗਤ ਨਹਿ ਕੋਊ ਜਾਣੈ। ਕਹਿੰਦੇ ਕਿਸ ਵੇਲੇ ਪਰਮਾਤਮਾ ਨੇ ਕੀ ਕਰਨਾ ਹੈ, ਪਰਮਾਤਮਾ ਦੇ ਮਨ ਵਿੱਚ ਕੀ ਹੈ। ਕਹਿੰਦੇ ਇਸ ਹਾਲਤ ਨੂੰ ਦੁਨੀਆ ਦੀ ਕੋਈ ਵੀ ਤਾਕਤ ਜਾਣ ਨਹੀਂ ਸਕੀ। ਮੇਰੇ ਪਾਤਸ਼ਾਹ ਨੇ ਕੁਝ ਉਦਾਹਰਨਾਂ ਦਿੱਤੀਆਂ। ਸਤਿਗੁਰੂ ਸਾਹਿਬ ਜੀ ਜਿਹੜੇ ਤੁਹਾਡੀ ਭਗਤੀ ਕਰਨ ਵਾਲੇ ਨੇ, ਜਿਨ੍ਹਾਂ ਨੇ ਬੜੀ ਕਠਿਨ ਤਪੱਸਿਆ ਕੀਤੀ, ਬੰਦਗੀ ਕੀਤੀ, ਜਪ ਤਪ ਰੱਖਿਆ, ਬੜੇ ਸਿਆਣੇ ਅਤੇ ਸੂਝਵਾਨ ਲੋਕ, ਕਿ ਉਹਨਾਂ ਨੂੰ ਪਤਾ ਹੈ ਵੀ ਪਰਮਾਤਮਾ ਅਗਲੇ ਛਿਨ ਵਿੱਚ ਤੂੰ ਕੀ ਕਰਨਾ ਹੈ? ਤਾਂ ਮੇਰੇ ਪਾਤਸ਼ਾਹ ਕਹਿੰਦੇ ਜੋਗੀ ਜਤੀ ਤਪੀ ਪਾਚਹਾਰੇ ਅਰ ਬਹੁ ਲੋਕ ਸਿਆਣੇ। ਕਹਿੰਦੇ ਪਰਮਾਤਮਾ ਨੇ ਅਗਲੇ ਪਲ ਵਿੱਚ ਕੀ ਕਰਨਾ ਹੈ, ਇਹਨੂੰ ਨਾ ਤੇ ਅੱਜ ਤੱਕ ਕੋਈ ਜੋਗੀ ਜਾਣ ਸਕਿਆ ਹੈ, ਕਿਉਂਕਿ ਜੋਗੀ ਦਾ ਅਰਥ ਹੁੰਦਾ ਅਸਲ ਦੇ ਵਿੱਚ ਜੋਗ ਕਮਾਉਣ ਵਾਲਾ। ਜੋਗ ਤੋਂ ਭਾਵ ਅਰਥ ਹੁੰਦਾ ਜੋੜ ਮਿਲਾਪ, ਭਾਵ ਜਿਨ੍ਹਾਂ ਨੇ ਦਾਅਵੇ ਕੀਤੇ ਵੀ ਸਾਡਾ ਪਰਮਾਤਮਾ ਦੇ ਨਾਲ ਮਿਲਾਪ ਹੋਇਆ ਵਿਆ। ਜਤੀ ਜਤ ਰੱਖਣ ਵਾਲੇ, ਕਠਿਨ ਤਪੱਸਿਆ ਕਰਨ ਵਾਲੇ ਤਪੀ, ਜਿਨ੍ਹਾਂ ਨੇ ਦਿਨ ਰਾਤ ਤਪੱਸਿਆ ਕੀਤੀ, ਆਪਣੇ ਸਰੀਰ ਨੂੰ ਕਸ਼ਟ ਦੇ ਕੇ ਮਾਲਕ ਦੇ ਤਪੀ ਹੋਣ ਦਾ ਜਿਨ੍ਹਾਂ ਨੇ ਦਾਅਵਾ ਕੀਤਾ, ਅਤੇ ਬੜੀ ਸਿਆਣਪ ਵਰਤਣ ਵਾਲੇ ਵਿਦਵਾਨ ਸੂਝਵਾਨ ਲੋਕ, ਮੇਰੇ ਪਾਤਸ਼ਾਹ ਕਹਿੰਦੇ ਇਹ ਵੀ ਜਾਣ ਨਹੀਂ ਸਕੇ ਵੀ ਅਗਲੇ ਪਲ ਵਿੱਚ ਪਰਮਾਤਮਾ ਨੇ ਕੀ ਕਰ ਦੇਣਾ ਹੈ। ਜੋਗੀ ਜਤੀ ਤਪੀ ਪਚਹਾਰੇ ਅਰ ਬਹੁ ਲੋਕ ਸਿਆਣੇ। ਮੇਰੇ ਪਾਤਸ਼ਾਹ ਕਹਿੰਦੇ ਕੀ ਹੈ ਉਹਦੀ ਰਜ਼ਾ? ਉਹ ਕਹਿੰਦੇ ਜੇ ਉਹ ਚਾਹੇ ਖਿਨ ਮੈਂ ਰਾਉ ਰੰਕ ਕਉ ਕਰਈ, ਰਾਉ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੈ ਜਹ ਤਾਕੋ ਵਿਵਹਾਰੇ। ਕਹਿੰਦੇ ਉਹ ਇੱਦਾਂ ਦਾ ਹੈ ਵੀ ਉਹ ਚਾਹੇ ਤੇ ਖਾਲੀਆਂ ਨੂੰ ਜਦੋਂ ਮਰਜ਼ੀ ਭਰ ਸਕਦਾ ਹੈ। ਹੁਣ ਬੰਦਾ ਤੇ ਚਾਹੁੰਦਾ ਵੀ ਸਭ ਕੁਝ ਮੇਰੇ ਕੋਲ ਭਰਿਆ ਭਰਿਆ ਰਹੇ, ਮੇਰੀ ਤਿਜੋਰੀ, ਮੇਰਾ ਖਜ਼ਾਨਾ ਭਰਿਆ ਰਹਿਣਾ ਚਾਹੀਦਾ ਹੈ, ਮੇਰਾ ਘਰ ਖੁਸ਼ੀਆਂ ਨਾਲ ਭਰਿਆ ਰਹਿਣਾ ਚਾਹੀਦਾ ਹੈ। ਪਰ ਕੀ ਬੰਦੇ ਦੇ ਸੋਚਣ ਨਾਲ ਇਹ ਹੋ ਸਕਦਾ ਹੈ? ਸਤਿਗੁਰੂ ਸਾਹਿਬ ਕਹਿੰਦੇ ਇਹ ਤੇ ਉਹਦਾ ਹੁਕਮ ਹੈ, ਉਹਦੀ ਰਜ਼ਾ ਹੈ। ਉਹ ਚਾਹੇ ਤੇ ਛਿਨਮੈ ਰਾਉ ਰੰਕ ਕਉ ਕਰਈ, ਉਹ ਚਾਹੇ ਇੱਕ ਖਿਣ ਦੇ ਵਿੱਚ ਜਿਹੜਾ ਬੰਦਾ ਬਚਪਨ ਤੋਂ ਬਾਦਸ਼ਾਹੀਆਂ ਮਾਣਦਾ ਪਿਆ ਹੈ, ਅੱਖ ਝਪਕਣ ਜਿੰਨੇ ਸਮੇਂ ਦੇ ਵਿੱਚ ਉਹ ਕਹਿੰਦੇ ਉਹਨੂੰ ਕੰਗਾਲ ਕਰ ਸਕਦਾ ਹੈ। ਰਾਉ ਰੰਕ ਕਰ ਡਾਰੇ, ਰਾਜਿਆਂ ਨੂੰ ਭਿਖਾਰੀ ਬਣਾ ਸਕਦਾ, ਉਹ ਚਾਹੇ ਤੇ ਭਰਿਆ ਹੋਇਆਂ ਨੂੰ ਖਾਲੀ ਵੀ ਕਰ ਸਕਦਾ ਹੈ। ਆ ਵੇਖਿਆ ਜਾਂਦਾ ਸੰਸਾਰ ਦੇ ਵਿੱਚ, ਕਹਿੰਦੇ ਜਿਹੜੇ ਲੋਕ ਅੰਦਰੋਂ ਰੂਹਾਨੀਅਤ ਨਾਲ ਵੀ ਭਰੇ ਹੁੰਦੇ ਨੇ ਨਾ, ਉਹ ਚਾਹੇ ਤੇ ਉਹਨਾਂ ਦੇ ਭਾਂਡੇ ਖਾਲੀ ਕਰਕੇ ਮੂਧੇ ਮਾਰ ਸਕਦਾ, ਅਤੇ ਜਿਨ੍ਹਾਂ ਦੇ ਭਾਂਡੇ ਮੂਧੇ ਮਾਰੇ ਹੋਏ ਨੇ ਉਹਨਾਂ ਨੂੰ ਸਿੱਧੇ ਕਰਕੇ ਭਰ ਵੀ ਸਕਦਾ ਹੈ। ਔਰ ਇਹ ਇਕੱਲੇ ਦੁਨਿਆਵੀ ਤੌਰ 'ਤੇ ਨਹੀਂ, ਮੇਰੇ ਪਾਤਸ਼ਾਹ ਕਹਿੰਦੇ ਕਈ ਬੰਦੇ ਦੁਨੀਆ ਵਿੱਚ ਇੱਦਾਂ ਦੇ ਨੇ ਜਿਹੜੇ ਬੰਦਗੀ ਤੋਂ ਬਿਲਕੁਲ ਸੱਖਣੇ ਨੇ, ਕੰਗਾਲ ਨੇ, ਜਿਨ੍ਹਾਂ ਨੇ ਕਦੇ ਬੰਦਗੀ ਨਹੀਂ ਕੀਤੀ। ਕਹਿੰਦੇ ਜਿੱਦਣ ਮਾਲਕ ਦੀ ਮਿਹਰ ਹੁੰਦੀ, ਉਹ ਅੱਖ ਝਪਕਣ ਦੇ ਸਮੇਂ ਵਿੱਚ ਵੀ ਉਹਨਾਂ ਨੂੰ ਅੰਦਰੋਂ ਰੂਹਾਨੀਅਤ ਦੇ ਨਾਲ ਭਰ ਦਿੰਦਾ ਹੈ। ਇਹ ਕਹਿੰਦੇ ਉਹਦੀ ਖੇਡ ਦਾ ਕੋਈ ਪਤਾ ਥੋੜ੍ਹਾ ਹੈ ਵੀ ਉਹਨੇ ਕਦੋਂ, ਕਿੱਥੇ ਅਤੇ ਕਿਵੇਂ ਅਤੇ ਕੀ ਕਰ ਦੇਣਾ ਹੈ। ਬੰਦੇ ਦੀ ਸੋਚ ਕਹਿੰਦੀ ਹੈ ਵੀ ਇੱਦਾਂ ਹੋਣਾ ਚਾਹੀਦਾ ਹੈ, ਪਰ ਮੇਰੇ ਪਾਤਸ਼ਾਹ ਕਹਿੰਦੇ ਸੰਸਾਰ ਦੇ ਵਿੱਚ ਹੁੰਦਾ ਉਹੀ ਹੈ। ਕਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ। ਜੋ ਕੁਝ ਪਰਮਾਤਮਾ ਨੂੰ ਭਾਉਂਦਾ ਹੈ ਉਹੀ ਸੰਸਾਰ ਦੇ ਵਿੱਚ ਮੇਰੇ ਪਾਤਸ਼ਾਹ ਕਹਿੰਦੇ ਹੁੰਦਾ ਹੈ। ਆਪਾਂ ਹਜ਼ੂਰ ਦੀ ਬਾਣੀ ਵਿੱਚੋਂ ਹੋਰ ਬਚਨ ਸਮਝੀਏ।
ਸਤਿਗੁਰੂ ਸਾਹਿਬ ਨੇ ਬਚਨ ਕੀਤੇ। ਸੁਖਮਨੀ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ, ਤੁਹਾਨੂੰ ਉਹ ਬਚਨ ਚੇਤੇ ਹੈ। ਅਰਦਾਸ ਦੇ ਵਿੱਚ ਵੀ ਇਹ ਸ਼ਬਦ ਆਉਂਦਾ ਹੈ ਵੀ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਵੀ ਪਰਮਾਤਮਾ ਤੇਰੀ ਗਤ, ਵੀ ਤੂੰ ਕੀ ਕਰਨਾ ਹੈ, ਅਗਲੇ ਪਲ ਦੇ ਵਿੱਚ ਕੀ ਖੇਡ ਵਰਤਾ ਦੇਣੀ ਹੈ, ਇਹ ਤੂੰ ਹੀ ਜਾਣਦਾ ਹੈ, ਹੋਰ ਕੋਈ ਇਹਨੂੰ ਜਾਣ ਨਹੀਂ ਸਕਦਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿੰਦੇ ਵੇਖੋ ਇੱਕ ਬੰਦਾ ਕਿੰਨਾ ਕੁਝ ਮਿੱਥ ਕੇ ਰਾਤ ਨੂੰ ਸੌਂਦਾ ਹੈ। ਕਈ ਵਾਰ ਬੰਦਾ ਕਹਿੰਦਾ ਮੈਂ ਸਵੇਰੇ ਆਹ ਕੰਮ ਕਰਨਾ ਹੈ, ਉੱਠਣ ਤੋਂ ਬਾਅਦ ਮੈਂ ਇਸ ਕਾਰਜ 'ਤੇ ਜਾਣਾ ਹੈ। ਸਤਿਗੁਰੂ ਸਾਹਿਬ ਕਹਿੰਦੇ ਇੱਕ ਬੰਦਾ ਰਾਤ ਨੂੰ ਸੁੱਤਾ ਹੈ, ਸੋਚ ਕੇ ਸੋਇਆ ਵੀ ਮੈਂ ਸਵੇਰੇ ਜਾਣਾ ਹੈ, ਵਿਆਹ 'ਤੇ ਕਾਰਜ 'ਤੇ ਜਾਣਾ ਹੈ, ਫਲਾਣੀ ਰਿਸ਼ਤੇਦਾਰੀ ਦੇ ਵਿੱਚ ਜਾਣਾ ਹੈ। ਹੁਣ ਇਹ ਸਾਰੇ ਕੱਪੜੇ ਪੈਕ ਕਰਕੇ, ਸਾਰੀ ਤਿਆਰੀ ਕਰਕੇ ਰਾਤ ਨੂੰ ਸੁੱਤਾ ਵੀ ਸਵੇਰੇ ਸਦੇਹਾਂ ਜਾਣਾ ਹੈ। ਅਤੇ ਕਹਿੰਦੇ ਜਦੋਂ ਸਵੇਰ ਹੋਈ, ਇਹਦੇ ਉੱਠਣ ਤੋਂ ਪਹਿਲਾਂ ਇੱਕ ਫੋਨ ਆਇਆ ਵੀ ਤੇਰੇ ਫਲਾਣੇ ਰਿਸ਼ਤੇਦਾਰ ਦੀ ਮੌਤ ਹੋ ਗਈ। ਸੋਚਿਆ ਸੀ ਵੀ ਵਿਆਹ 'ਤੇ ਜਾਣਾ ਹੈ, ਪਰ ਜਾਣਾ ਪੈ ਗਿਆ ਇੱਕ ਮਰਗ ਦੇ ਉੱਪਰ, ਮੌਤ ਦੇ ਉੱਪਰ। ਹਜ਼ੂਰ ਕਹਿੰਦੇ ਇਹ ਖੇਡ ਪਰਮਾਤਮਾ ਨੇ ਕਦੋਂ ਵਰਤਾ ਦਿੱਤੀ ਕਿ ਕੋਈ ਪਤਾ ਲੱਗਿਆ? ਤੁਸੀਂ ਬਚਨ ਪੜ੍ਹਦੇ ਹੋ ਨਾ, ਮਤਾ ਕਰੈ ਪੱਛਮ ਕੈ ਤਾਈ, ਪੂਰਬ ਹੀ ਲੈ ਜਾਤ, ਖਿਨ ਮਹਿ ਥਾਪ ਉਥਾਪਨ ਹਾਰਾ, ਆਪਨ ਹਾਥ ਮਤਾਤ। ਵੀ ਬੰਦਾ ਜਿੰਨੇ ਮਰਜ਼ੀ ਮਤੇ ਪਾ ਲਏ, ਫੈਸਲੇ ਕਰ ਲਏ, ਮਿੱਥ ਲਏ ਵੀ ਮੈਂ ਫਲਾਣੀ ਜਗ੍ਹਾ ਜਾਣਾ, ਪਰ ਕਹਿੰਦੇ ਜਾਣਾ ਉੱਥੇ ਹੀ ਪੈਣਾ ਜਿੱਥੇ ਉਸ ਅਕਾਲ ਪੁਰਖ ਪਰਮਾਤਮਾ ਨੇ ਭੇਜਣਾ ਹੈ। ਮਤਾ ਕਰੈ ਪੱਛਮ ਕੈ ਤਾਈ, ਪੱਛਮ ਅਤੇ ਪੂਰਬ ਹਜ਼ੂਰ ਨੇ ਕਿਉਂ ਸ਼ਬਦ ਵਰਤੇ? ਇਹਦਾ ਮਤਲਬ ਇਹ ਹੈ ਵੀ ਬੰਦਾ ਜੋ ਕੁਝ ਸੋਚਦਾ ਪਿਆ ਹੈ, ਪਰਮਾਤਮਾ ਚਾਹੇ ਤਾਂ ਉਹਦੇ ਤੋਂ ਉਲਟ ਵੀ ਕਰ ਸਕਦਾ ਹੈ। ਇਹਨੇ ਇੱਕ ਸਲਾਹ ਬਣਾਈ ਵੀ ਮੈਂ ਫਲਾਣੀ ਥਾਂ 'ਤੇ ਜਾਣਾ, ਕੋਈ ਪਤਾ ਨਹੀਂ ਅਗਲੇ ਪਲ ਕੀ ਵਾਪਰਨਾ, ਤੈਨੂੰ ਦੂਸਰੇ ਪਾਸੇ ਜਾਣਾ ਪੈ ਜਾਏ। ਪਾਤਸ਼ਾਹ ਕਹਿੰਦੇ ਇਹ ਉਹਦੀ ਸਮਰੱਥਾ ਹੈ। ਫਿਰ ਕੀ ਬੰਦੇ ਦੀ ਸਿਆਣਪ ਜਾਣ ਸਕਦੀ ਹੈ ਜੀ, ਉਹਦੇ ਮਤੇ ਨੂੰ ਟਾਲ ਸਕਦੀ ਹੈ? ਮੇਰੇ ਪਾਤਸ਼ਾਹ ਕਹਿੰਦੇ ਸਿਆਣਪ ਕਾਹੂ ਕਾਮ ਨਾ ਆਤ, ਬੰਦੇ ਦੀ ਸਿਆਣਪ ਕਹਿੰਦੇ ਉੱਥੇ ਕਿਸੇ ਕੰਮ ਨਹੀਂ ਆਉਂਦੀ, ਜਿੰਨੀ ਮਰਜ਼ੀ ਸਿਆਣਪ ਵਰਤ ਲਏ। ਜੋ ਅਨਰੂਪਿਓ ਠਾਕੁਰ ਮੇਰਾ, ਅਨਰੂਪਿਓ ਦਾ ਅਰਥ ਹੈ ਵੀ ਜੋ ਪਰਮਾਤਮਾ ਨੂੰ ਭਾ ਜਾਏ, ਜੋ ਪਰਮਾਤਮਾ ਨੇ ਮਿਥ ਲਿਆ, ਕਹਿੰਦੇ ਹੋਈ ਰਹੀ ਉਹ ਬਾਤ। ਸੰਸਾਰ ਦੇ ਵਿੱਚ ਉਹੀ ਗੱਲ ਹੋਣੀ ਹੈ ਜਿਹੜੀ ਪਰਮਾਤਮਾ ਨੇ ਮਿਥ ਲਈ। ਬ੍ਰਹਿਮੰਡ ਦਾ ਇੱਕ ਇੱਕ ਕਿਣਕਾ, ਇਸ ਸੰਸਾਰ ਵਿੱਚ ਰਹਿਣ ਵਾਲਾ ਇੱਕ ਇੱਕ ਜੀਵ ਆਪਣਾ ਅੱਡੀ ਚੋਟੀ ਦਾ ਜ਼ੋਰ ਲਾ ਲਏ, ਜੋ ਚੀਜ਼ ਪਰਮਾਤਮਾ ਨੇ ਮਿਥ ਲਈ ਉਹਨੂੰ ਦੁਨੀਆ ਦੀ ਕੋਈ ਵੀ ਤਾਕਤ ਟਾਲ ਨਹੀਂ ਸਕਦੀ। ਮੇਰੇ ਪਾਤਸ਼ਾਹ ਕਹਿੰਦੇ ਉਹ ਇੰਨਾ ਸਮਰੱਥ ਹੈ। ਗੁਰੂ ਪਿਆਰਿਓ, ਬੰਦਾ ਜਿੰਨਾ ਮਰਜ਼ੀ ਸੰਸਾਰ ਵਿੱਚ ਤਰੱਕੀ ਕਰ ਲਏ, ਧਰਮ ਦੀ ਦੁਨੀਆ ਵਿੱਚ ਤਰੱਕੀ ਕਰ ਲਏ, ਪਰ ਪਰਮਾਤਮਾ ਦੇ ਅੰਦਰ ਦੀ ਗੱਲ ਨੂੰ ਜਾਣਨਾ ਹਜ਼ੂਰ ਕਹਿੰਦੇ ਕਿਸੇ ਦੇ ਹੱਥ ਵੱਸ ਨਹੀਂ ਹੈ। ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੁਝ ਬਚਨ ਆਪ ਸੰਗਤ ਨਾਲ ਸਾਂਝੇ ਕਰਾਂ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੰਸਾਰ ਦੇ ਵਿੱਚ ਨਾ ਗਿਆਨ ਪ੍ਰਾਪਤ ਕਰਨ ਦੇ 4 ਤਰੀਕੇ ਨੇ। ਪਹਿਲਾ ਤਰੀਕਾ, ਕੋਈ ਬੰਦਾ ਅਡੋਲ ਸਮਾਧੀ ਲਗਾ ਲਏ। ਦੂਸਰਾ ਤਰੀਕਾ, ਕੋਈ ਕਠਿਨ ਤਪ ਕਰੇ, ਤਪੱਸਿਆ ਕਰੇ। ਤੀਸਰਾ ਤਰੀਕਾ, ਕਿਸੇ ਕੋਲ ਰਿੱਧੀਆਂ ਸਿੱਧੀਆਂ ਕਰਾਮਾਤਾਂ ਆ ਜਾਣ। ਅਤੇ ਚੌਥਾ ਤਰੀਕਾ ਇਹ ਹੈ ਵੀ ਕੋਈ ਬੰਦਾ ਦੁਨੀਆ ਦੇ ਸਾਰੇ ਧਾਰਮਿਕ ਗ੍ਰੰਥ ਪੜ੍ਹ ਲਏ, ਉਹਨਾਂ ਨੂੰ ਵਿਚਾਰੇ ਅਤੇ ਉਹਦੇ ਅੰਦਰ ਗਿਆਨ ਆ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇੱਥੇ ਇਹਨਾਂ 4 ਤਰੀਕੇ ਅਪਣਾਉਣ ਵਾਲੇ, ਭਾਵੇਂ ਉਹ ਕਠਿਨ ਤਪੱਸਿਆ ਕਰਨ ਵਾਲੇ ਨੇ, ਭਾਵੇਂ ਦੁਨੀਆ ਦਾ ਸਾਰਾ ਗਿਆਨ ਪੜ੍ਹਨ ਵਾਲੇ ਨੇ, ਅਤੇ ਭਾਵੇਂ ਅਡੋਲ ਸਮਾਧੀਆਂ ਲਾਉਣ ਵਾਲੇ ਨੇ, ਇੰਨਾ ਕੁਝ ਕਰਕੇ ਵੀ ਉਹ ਰੱਬ ਦੇ ਅੰਦਰ ਦੀ ਗੱਲ ਨੂੰ ਜਾਣ ਨਹੀਂ ਸਕੇ। ਤੁਸੀਂ ਬਚਨ ਪੜ੍ਹਦੇ ਹੋ ਨਾ ਮੇਰੇ ਪਾਤਸ਼ਾਹ ਦੇ ਬਚਨ, ਕਹਿੰਦੇ ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ। ਕੋਈ ਕਿੰਨਾ ਕੁ ਯਤਨ ਕਰੇ, ਉਹ ਕਹਿੰਦੇ ਮੇਰੀ ਉਮਰ ਭਾਵੇਂ ਕਰੋੜਾਂ ਸਾਲ ਹੋ ਜਾਏ, ਕੋਟ ਕੋਟੀ ਮੇਰੀ ਆਰਜਾ। ਆਰਜਾ ਦਾ ਅਰਥ ਹੁੰਦਾ ਹੈ ਉਮਰ, ਆਰਬਲਾ। ਕਹਿੰਦੇ ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ। ਕਹਿੰਦੇ ਕਿੰਨਾ ਕੁ ਕੋਈ ਕਠਿਨ ਕਰੇ, ਇੰਨਾ ਕੁ ਯਤਨ ਕਰ ਲਏ ਵੀ ਕਿਸੇ ਦੀ ਕਰੋੜਾਂ ਸਾਲ ਉਮਰ ਹੋ ਜਾਏ। ਚੰਦ ਸੂਰਜ ਦੋਏ ਗੁਫੈ ਨਾ ਵੇਖਾ, ਸੁਪਨੈ ਸੌਣ ਨਾ ਥਾਓ। ਕਹਿੰਦੇ ਇੰਨੀ ਤਪੱਸਿਆ ਕਰੇ ਕੋਈ ਵੀ ਚੰਦ ਅਤੇ ਸੂਰਜ ਇਸ ਕਰੋੜਾਂ ਸਾਲ ਭਗਤੀ ਕਰਦੇ, ਇਹਨਾਂ ਨੂੰ ਵੇਖੇ ਹੀ ਨਾ।
ਭਾਵ ਇੰਨੀ ਕੁ ਕਿਤੇ ਡੂੰਘਾਈ ਦੀ ਗੁਫਾ ਵਿੱਚ ਜਾ ਕੇ ਬੈਠ ਜਾਏ। ਚੰਦ ਸੂਰਜ ਤੋਏ ਗੁਫਾ ਨਾ ਦੇਖਾਂ, ਸੁਪਨਾ ਸੌਣ ਨਾ ਥਾਓ। ਕਰੋੜਾਂ ਸਾਲ ਕਹਿੰਦੇ ਇੰਨੀ ਕੁ ਜਾ ਕੇ ਭਗਤੀ ਕਰੇ ਵੀ ਸੁਪਨੇ ਦੇ ਵਿੱਚ ਵੀ ਨੀਂਦ ਬਾਰੇ ਸੋਚੇ ਨਾ। ਇੰਨਾ ਕੋਈ ਯਤਨ ਕਰੇ, ਕੋਟ ਕੋਟੀ ਮੇਰੀ ਯਾਰ ਜਾ। ਪਵਨ ਪੀਣ ਅਪਿਆਓ, ਨਾ ਕੁਝ ਖਾਵੇ ਨਾ ਕੁਝ ਪੀਵੇ, ਬਸ ਹਵਾ ਦੇ ਵਿੱਚੋਂ ਹੀ ਕਹਿੰਦੇ ਆਪਣੀ ਖੁਰਾਕ ਲੈ ਲਏ। ਚੰਦ ਸੂਰਜ ਤੋਂ ਇਹ ਗੁਫਾ ਨਾ ਦੇਖਾਂ, ਐਸੀ ਇੱਕ ਘੋਰ ਗੁਫਾ ਵਿੱਚ ਚਲਾ ਜਾਏ ਜਿੱਥੇ ਦਿਨ ਵੇਲੇ ਸੂਰਜ ਦੀ ਰੌਸ਼ਨੀ ਨਾ ਜਾਂਦੀ ਹੋਵੇ ਅਤੇ ਰਾਤ ਨੂੰ ਚੰਦਰਮਾ ਦੀ ਚਾਂਦਨੀ ਨਾ ਜਾਂਦੀ ਹੋਵੇ। ਪਾਤਸ਼ਾਹ ਕਹਿੰਦੇ ਇੰਨੇ ਯਤਨ ਕਰਕੇ ਵੀ ਭੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾ। ਨਾਓ ਪਰਮਾਤਮਾ ਤੇਰੇ ਮਨ ਦੀ ਗੱਲ ਫਿਰ ਵੀ ਜਾਣੀ ਨਹੀਂ ਜਾ ਸਕਦੀ। ਅਗਲੇ ਬਚਨ ਹਜ਼ੂਰ ਨੇ ਕੀਤੇ, ਕੁਸਾ ਕਟੀਆਂ ਵਾਰ ਵਾਰ, ਪੀਸਨ ਪੀਸਾ ਪਾਏ। ਅੱਗੀ ਸੇਤੀ ਜਾਲੀਆ, ਭਸਮ ਸੇਤੀ ਰਲ ਜਾਓ। ਭੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾ। ਨਾਓ ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ, ਜੈ ਭਾਵੈ ਕਰੇ ਤਮਾਏ। ਹੁਣ ਵੇਖੋ ਕਹਿੰਦੇ ਕੁਸਾ ਕਟੀਆਂ ਵਾਰ ਵਾਰ, ਕੋਈ ਬੰਦਾ ਆਪਣੇ ਸਰੀਰ ਨੂੰ ਕੱਟ ਕੇ ਉਹਦੇ ਟੁਕੜੇ ਕਰ ਲਏ। ਪਰਮਾਤਮਾ ਦੀ ਕੀਮਤ ਨੂੰ ਜਾਣਨ ਵਾਸਤੇ, ਉਹਦੇ ਅੰਦਰ ਦੀ ਗੱਲ ਨੂੰ ਜਾਣਨ ਵਾਸਤੇ ਕੋਈ ਬੰਦਾ ਇੰਨਾ ਯਤਨ ਕਰੇ। ਹਜ਼ੂਰ ਕਹਿੰਦੇ ਕੁਸਾ ਕਟੀਆਂ ਵਾਰ ਵਾਰ, ਪੀਸਨ ਪੀਸਾ ਪਾਏ। ਅੱਗੀ ਸੇਤੀ ਜਾਲੀਆ, ਆਪਣੇ ਸਰੀਰ ਦੇ ਉਹਨਾਂ ਟੁਕੜਿਆਂ ਨੂੰ ਅੱਗ ਦੇ ਵਿੱਚ ਸਾੜ ਕੇ ਰਾਖ ਬਣਾ ਲਏ, ਉਹਨੂੰ ਪੀਸ ਲਏ। ਇੰਨਾ ਕੁਝ ਕਰਕੇ ਵੀ ਹਜ਼ੂਰ ਕਹਿੰਦੇ ਭੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾ। ਨਾਓ ਪਰਮਾਤਮਾ ਫਿਰ ਵੀ ਤੇਰੀ ਕੀਮਤ, ਤੇਰੇ ਅੰਦਰ ਦੀ ਗੱਲ ਨੂੰ ਸਮਝਿਆ ਨਹੀਂ ਜਾ ਸਕਦਾ, ਜਾਣਿਆ ਨਹੀਂ ਜਾ ਸਕਦਾ। ਫਿਰ ਕੋਈ ਬੰਦਾ ਕਹਿੰਦੇ ਇੰਨਾ ਕੁ ਸਮਰੱਥ ਹੋ ਜਾਏ, ਉਹਦੇ ਕੋਲ ਕਰਾਮਾਤਾਂ ਆ ਜਾਣ, ਦੁਨੀਆ ਦੀਆਂ ਰਿੱਧੀਆਂ ਸਿੱਧੀਆਂ ਵੀ ਪੰਖੀ ਹੋਏ ਕਹਿ ਜੇ ਭਵਾ, ਸਹਿ ਅਸਮਾਨੀ ਜਾਓ, ਵੀ ਬੰਦਾ ਪੰਛੀ ਬਣ ਜਾਏ ਅਤੇ ਦੁਨੀਆ ਦੇ ਜਿੰਨੇ ਆਕਾਸ਼ ਨੇ ਸਾਰੇ ਆਕਾਸ਼ਾਂ ਵਿੱਚ ਘੁੰਮੇ, ਕਰੋੜਾਂ ਆਕਾਸ਼ਾਂ ਵਿੱਚ ਉਡਾਰੀ ਮਾਰੇ। ਪਾਤਸ਼ਾਹ ਕਹਿੰਦੇ ਇੰਨਾ ਕੁਝ ਕਰਕੇ ਵੀ ਭੀ ਤੇਰੀ ਕੀਮਤ ਨਾ ਪਵੈ, ਵੀ ਪਰਮਾਤਮਾ ਜਿਹੜੇ ਆਕਾਸ਼ ਵਿੱਚ ਬੈਠ ਕੇ ਤੂੰ ਦੁਨੀਆ ਦੇ ਫੈਸਲੇ ਕਰਦਾ ਪਿਆ ਹੈ, ਫੈਸਲੇ ਸੁਣਾਉਂਦਾ ਹੈ, ਵੀ ਬੰਦਾ ਕਰਾਮਾਤਾਂ ਵਰਤ ਕੇ, ਰਿੱਧੀਆਂ ਸਿੱਧੀਆਂ ਵਰਤ ਕੇ ਵੀ ਉਸ ਜਗ੍ਹਾ 'ਤੇ ਪਹੁੰਚ ਨਹੀਂ ਸਕਦਾ ਜਿੱਥੇ ਬੈਠ ਕੇ ਤੂੰ ਦੁਨੀਆ ਦੇ ਫੈਸਲੇ ਕਰਦਾ ਪਿਆ ਹੈ। ਭੀ ਤੇਰੀ ਕੀਮਤ ਨਾ ਪਵੈ, ਫਿਰ ਵੀ ਤੇਰੀ ਕੀਮਤ ਨੂੰ ਜਾਣਿਆ ਨਹੀਂ ਜਾ ਸਕਦਾ। ਚੌਥੀ ਚੀਜ਼ ਜਿਹੜੀ ਉਹਨਾਂ ਨੇ ਦੱਸੀ, ਉਹ ਕਹਿੰਦੇ ਕੋਈ ਬੰਦਾ ਦੁਨੀਆ ਦੇ ਲੱਖਾਂ ਧਾਰਮਿਕ ਗ੍ਰੰਥ ਪੜ੍ਹੇ, ਫਿਰ ਉਹਨਾਂ ਪੜ੍ਹੇ ਹੋਏ ਗ੍ਰੰਥਾਂ ਦਾ ਤਜਰਬਾ ਦੁਨੀਆ ਦੇ ਲੋਕਾਂ ਨੂੰ ਬੋਲ ਕੇ ਦੱਸੇ, ਬੜਾ ਦੁਨੀਆ ਦਾ ਗਿਆਨ ਹਾਸਲ ਕਰ ਲਏ ਕਿ ਇੰਨਾ ਵੱਡਾ ਗਿਆਨ ਪ੍ਰਾਪਤ ਕਰਕੇ ਵੀ ਪਰਮਾਤਮਾ ਦੀ ਗੱਲ ਨੂੰ ਜਾਣਿਆ ਜਾ ਸਕਦਾ ਹੈ। ਹਜ਼ੂਰ ਕਹਿੰਦੇ ਨਾਨਕ ਕਾਗਦ ਲੱਖ ਮਣਾ, ਕੋਈ ਲੱਖਾਂ ਮਣ ਕਿਤਾਬਾਂ ਕਾਗਜ਼ ਪੜ੍ਹ ਲਏ, ਇੱਥੋਂ ਤੱਕ ਕਿ ਜਦੋਂ ਲਿਖਣ ਵੇਲੇ ਆਪਣਾ ਤਜਰਬਾ ਲਿਖੇ ਉਹ ਲੱਖਾਂ ਕਾਗਜ਼ਾਂ ਦੇ ਉੱਪਰ, ਅਤੇ ਕਹਿੰਦੇ ਮੱਸੂ ਤੋਟ ਨਾ ਆਵੇ, ਲੇਖਣ ਪਾਉਣ ਚਲਾਓ। ਅਤੇ ਪਰਮਾਤਮਾ ਦੀ ਗੱਲ ਕਰਦੇ ਕਰਦੇ ਕਹਿੰਦੇ ਲੱਖਾਂ ਮਣ ਕਾਗਜ਼ ਹੋਣ ਅਤੇ ਉਹਨਾਂ ਨੂੰ ਲਿਖਣ ਵਾਲਾ ਕੋਈ ਇੰਨਾ ਕੁ ਤੇਜ਼, ਜਿੰਨੀ ਤੇਜ਼ ਹਵਾ ਚੱਲਦੀ ਪਈ ਹੈ, ਸਿਆਹੀ ਇੰਨੀ ਕੁ ਹੋਵੇ ਜਿਹੜੀ ਕਦੇ ਮੁੱਕੇ ਨਾ, ਵੀ ਇੰਨੀ ਸਿਫਤ ਵੀ ਜੇ ਪਰਮਾਤਮਾ ਦੀ ਕੀਤੀ ਜਾਏ। ਹਜ਼ੂਰ ਕਹਿੰਦੇ ਭੀ ਤੇਰੀ ਕੀਮਤ ਨਾ ਪਵੈ, ਪਰਮਾਤਮਾ ਫਿਰ ਵੀ ਤੇਰੀ ਕੀਮਤ, ਤੇਰੇ ਅੰਦਰ ਦੀ ਗੱਲ ਨੂੰ ਜਾਣਿਆ ਨਹੀਂ ਜਾ ਸਕਦਾ। ਇਹੀ ਗੱਲ ਭਗਤ ਕਬੀਰ ਜੀ ਨੇ ਵੀ ਕਹੀ, ਕਬੀਰ ਸਾਤ ਸਮੁੰਦੈ ਮਸ ਕਰੋ, ਕਲਮ ਕਰੋ ਬਨ ਰਾਏ, ਬਸੁਦਾ ਕਾਗਦ ਜੋ ਕਰੋ, ਹਰ ਜਸ ਲਿਖਨ ਨਾ ਜਾਏ। ਵੀ ਪਰਮਾਤਮਾ ਤੇਰੀ ਅੰਦਰ ਦੀ ਗੱਲ, ਤੇਰੀ ਹਾਲਤ, ਤੇਰੇ ਅੰਦਰ ਕੀ ਹੈ, ਤੂੰ ਕਿੰਨਾ ਕੁ ਸਮਰੱਥ ਹੈ, ਕਿੰਨਾ ਕੁ ਬੇਅੰਤ ਹੈ, ਅਗਲੇ ਪਲ ਤੂੰ ਕੀ ਕਰ ਦੇਣਾ ਹੈ, ਦੁਨੀਆ ਦੀ ਕੋਈ ਵੀ ਤਾਕਤ ਇਸ ਚੀਜ਼ ਨੂੰ ਜਾਣ ਨਹੀਂ ਸਕਦੀ। ਮੈਂ ਭਗਤ ਕਬੀਰ ਜੀ ਦਾ ਇੱਕ ਹੋਰ ਬਚਨ ਆਪ ਸੰਗਤ ਨਾਲ ਸਾਂਝਾ ਕਰਾਂ ਵੀ ਪਰਮਾਤਮਾ ਕਿੰਨਾ ਕੁ ਸਮਰੱਥ ਹੈ। ਗੁਰੂ ਪਿਆਰਿਓ ਵੇਖੋ, ਇਸ ਸੰਸਾਰ ਦੇ ਵਿੱਚ ਨਾ ਦੋ ਤਰ੍ਹਾਂ ਦੇ ਬੰਦੇ ਨੇ, ਦੋ ਤਰ੍ਹਾਂ ਦੇ ਇਨਸਾਨ ਨੇ। ਮੈਂ ਇੱਕ ਉਦਾਹਰਨ ਦੇਵਾਂ। ਵੇਖੋ ਜਿਵੇਂ ਦਰਿਆ ਵਹਿੰਦਾ ਹੈ, ਕਹਿੰਦੇ ਵਹਿੰਦੇ ਹੋਏ ਦਰਿਆ ਦੇ ਵਿੱਚ ਨਾ ਇੱਕ ਨਿੱਕਾ ਜਿਹਾ ਕਿਨਕਾ ਡਿੱਗਾ, ਇੱਕ ਨਿੱਕੇ ਜਿਹੇ ਕੱਖ ਨੇ, ਇੱਕ ਨਿੱਕੇ ਜਿਹੇ ਤਿਨਕੇ ਨੇ। ਕਹਿੰਦੇ ਚਲਦੇ ਚਲਦੇ ਨਾ ਦਰਿਆ ਦੇ ਵਿੱਚ ਰੁਕ ਕੇ ਦਰਿਆ ਨੂੰ ਰੋਕਣ ਦਾ ਯਤਨ ਕੀਤਾ। ਉਹ ਅੜਨਾ ਚਾਹੁੰਦਾ ਹੈ ਦਰਿਆ ਦੇ ਮੂਹਰੇ, ਅਤੇ ਚਾਹੁੰਦਾ ਵੀ ਮੈਂ ਪਾਣੀ ਦੇ ਇਸ ਵਹਾਅ ਨੂੰ ਰੋਕ ਲਵਾਂ,
पर कि दुनिया का कोई भी कख, कोई भी तिनका इन्ना समर्थ है जिहड़ा बहिंदे हुए पानी के बहाव नूं रोक सके। कहंदे एक तिनका वो है जिहड़ा रुख तो टुट के पानी विच डिग्या ते बहिंदे हुए पानी के बहाव नाल वहन लग पिया, उहने उहदे अगे अड़न का यतन नहीं किया। दो तरह के बंदे ने दुनिया विच, कहंदे परमात्मा वहिंदा होया दरिया है, कुछ बंदे कखां वर्गे तिनकियां वर्गे उहदे हुक्म अगे अड़न का यतन करते हैं, पर की कदे किसी कख दे नाल पानी दे वगदे हुए दरिया का बहाव रुकिया है? भाव बंदा जिन्ना मर्जी गिला कर ले, कहे भी मैं नहीं परमात्मा के हुक्म नूं मनना, मैं नहीं उहदी रजा दे विच रहना, की फिर वो परमात्मा का कुछ बिगाड़ लैंदा है? कि उस बहिंदे हुए बहाव नूं वो रोक लैंदा है? ते एक वो भी ने जिहड़े अपने आप नूं परमात्मा की रजा विच ढाल दिंदे ने भी परमात्मा आपे हर एक रंग है, आपे बहु रंगी जो तिस भावै नानका, साई गल चंगी। ये है भी उहदी रजा विच आ जाना, क्योंकि बंदे दे सोचण नाल कदे थोड़ा गुरु प्यारिओ कुछ हुंदा है। भगत कबीर जी कहंदे राजा श्रम मित नहीं जानी तेरी, हर संतन की हौ चेरी। परमात्मा तू किन्ना कु समर्थ है, कहंदे वो इन्ना कु समर्थ है भी राजा श्रम मित नहीं जानी तेरी। राजा श्रम के अर्थ हुंदे ने भी वो परमात्मा जिहदा टिकाणा सब तो उच्चा होवे, इन्ना कु उच्चा भी जिहदे तक कोई पहुँच ना सके। भी परमात्मा तेरी मित तेरी गत कौन जान सकता है? उन्होंने अगे एक वचन किया, कहते रोबत जाए हस तो जाए सो रोबत आवै, रोबत जाए सो हसै। कहते इस दुनिया विच परमात्मा तू इदां दी खेड़ वरता दिना है भी इस संसार दे विच बंदा घरों हसदा होया जांदा है ते बाहर जाके कोई इदां दी खेड़ वरत जाती है, भाना वरत जाता है भी घरे मुड़दे हुए उहदियां अखां दे विच हंझू हुंदे ने ते चेहरे दे उपर उदासी हुंदी है। ते जिहड़ा रोंदा जांदा है परमात्मा तू कोई इदां दी खबर सुना दिना है, वो बाहरों जान लग्या ते बड़ा ही उदास सी, रोंदा पिया सी, तू ऐसी कोई खेड़ वरताई, उहदी जिंदगी दे विच कोई ऐसी खुशी बख्श दित्ती जिहड़ा रोंदा होया जांदा सी, आउंदे होए उहदे चेहरे दे उपर एक बड़ी वड्डी मुस्कुराहट है। बचन आउंदा है ना भगत कबीर जी का, वो कहंदे हस तो जाए रोबत जाए सो हस तो आवे। आ जिहड़ा घरों रोंदा होया गया सी, कहंदे हसदा आउंदा पिया, हस तो जाए रोबत जाए सो हसै। कहंदे उजर होए जिहड़ा बंदा उजड़िया होया सी, परमात्मा तू उहनूं वसा दिना है, ते जिहड़ा वसिया होया है पता नहीं अगले पल विच वो कदों उजड़ जाए। पातशाह दे वचन कहंदे बस तो होए होए सो उजर, उजर होए सो वसै। परमात्मा तू चाहे वसदे होए नूं जिहड़ा जुगां तो वसदा पिया अपने घर विच किन्ना कु वसिया है। कहंदे एक बच्चे का जन्म होया, उहदा घर इन्ना कु खुशहाल है भी सोने के चमचे विच उहनूं दुध पिलाया जाता है, सोने के चमचे नाल उस बच्चे नूं भोजन छकाया जाता है। ते अगला समा जिंदगी का जदों आया, वो बच्चा जिहड़ा बचपन दे विच सोने के भांडियां विच खुराक खांदा सी, कहंदे बुढ़ेपे तक आउंदे आउंदे परमात्मा ने ऐसी खेड़ वरताई भी वो बजुर्ग अज एक पानी के स्टील के गिलास नूं भी तरसदा पिया है। इनू कहंदे ने उजड़े हुए वस जाने ते वसे हुए। उजड़ जाने भी परमात्मा जिहड़ा बंदा दर दर ते ठोकरां खा के रोटी का एक एक टुक मंगदा पिया सी, तू ऐसी खेड़ वरताई भी उस एक एक रोटी के टुक नूं तरसन वाले नूं बादशाहियां बख्श दित्तियां। बस तो होए सो उजर, जिहड़ा बसदा पिया परमात्मा तू चाहे तो उन्होंने उजाड़ भी सकता है, तो जिहड़ा उजड़िया होया है तू कदों रहमत दे घर विच आए, तू कदों किरपा दे घर विच आए, तो ऐसे उजड़िया होया नूं परमात्मा तू वसा भी दिंदा है। भगत कबीर जी कहंदे भी बंदे दे सोचण नाल थोड़ा कुछ हुंदा है, बंदा सिर्फ सोच सकता है, ये कहंदा जी मैं आ कर देना है वो कर देना है, पर मेरे पातशाह कहंदे इस संसार दे विच होना उही है। कहो नानक सुन रे मना हर भावै सो होए, जो परमात्मा नूं भाउंदा है संसार दे विच उही होना है। किन्ना कु समर्थ है, वो कहंदे इन्ना कु समर्थ है भी जल ते थल कर, थल ते कूआ कूप ते मेर करावै।
ਕਹਿੰਦੇ ਇੰਨਾ ਕੁ ਸਮਰੱਥ ਹੈ ਵੀ ਜਿੱਥੇ ਦਰਿਆ ਵਹਿੰਦੇ ਪਏ ਨੇ ਉਸ ਧਰਤੀ ਨੂੰ ਉਹ ਮਾਰੂ ਥਲ ਬਣਾ ਸਕਦਾ ਹੈ। ਆ ਤੁਸੀਂ ਵੇਖੋ, ਜਿੱਥੇ ਗੁਰੂ ਪਿਆਰਿਓ ਅੱਜ ਅਸੀਂ ਬੈਠੇ ਆ ਨਾ, ਅੱਜ ਤੋਂ ਸਦੀਆਂ ਪਹਿਲਾਂ ਕਿਸੇ ਵੇਲੇ ਇੱਥੇ ਪਾਣੀ ਦੇ ਸਮੁੰਦਰ ਹੁੰਦੇ ਸਨ। ਅੱਜ ਤੋਂ ਸਦੀਆਂ ਪਹਿਲਾਂ ਜਦੋਂ ਇਹ ਸੰਸਾਰ ਦੀ ਰਚਨਾ ਹੋਈ, ਇੱਥੇ ਦਰਿਆ ਵਹਿੰਦੇ ਹੁੰਦੇ ਸਨ, ਵੱਡੇ ਵੱਡੇ ਸਮੁੰਦਰ ਸਨ, ਪਰ ਅੱਜ ਇੱਥੇ ਲੋਕ ਵਸਦੇ ਪਏ ਨੇ, ਇੱਥੇ ਪਾਣੀ ਨਹੀਂ ਹੈ, ਆਪਣੀ ਇੱਥੇ ਵਸੋ ਹੈ। ਪਰਮਾਤਮਾ ਚਾਹੇ ਜਲ ਤੇ ਥਲ ਕਰ ਬਿਲਕੁਲ ਮਾਰੂ ਥਲ ਬਣਾ ਸਕਦਾ ਹੈ ਸਮੁੰਦਰਾਂ ਨੂੰ ਵੀ, ਤੇ ਥਲ ਤੇ ਕੂਆ, ਤੇ ਜਿੱਥੇ ਹਜ਼ੂਰ ਕਹਿੰਦੇ ਬਿਲਕੁਲ ਮਾਰੂ ਥਲ ਉੱਥੇ ਖੂਹ ਬਣਾ ਸਕਦਾ ਹੈ। ਤੇ ਕੂਪ ਤੇ ਮੇਰ ਕਰਾਵੇ, ਖੂਹ ਭਾਵ ਡੂੰਘੀ ਥਾਂ ਨੂੰ ਉਹ ਉੱਚਾ ਪਹਾੜ ਬਣਾ ਸਕਦਾ ਹੈ। ਇੰਨਾ ਕੁ ਸਮਰੱਥ ਹੈ। ਫਿਰ ਕਹਿੰਦੇ ਧਰਤੀ ਤੇ ਆਕਾਸ਼ ਚੜ੍ਹਾਵੇ, ਜਿਹੜੇ ਬੰਦੇ ਬਿਲਕੁਲ ਧਰਤੀ ਤੇ ਡਿੱਗੇ ਹੋਏ ਨੇ ਉਹਨਾਂ ਨੂੰ ਐਸੀਆਂ ਬਰਕਤਾਂ ਦਿੰਦਾ ਵੀ ਉਹਨਾਂ ਦੀਆਂ ਸਿਫਤਾਂ ਭਾਵ ਅਸਮਾਨਾਂ ਦੀਆਂ ਉਚਾਈਆਂ ਤੱਕ ਪਹੁੰਚਾ ਦਿੰਦਾ ਹੈ। ਤੇ ਚੜ੍ਹੇ ਆਕਾਸ਼ ਗਿਰਾਵੇ, ਜਿਨ੍ਹਾਂ ਬੰਦਿਆਂ ਕੋਲ ਇੰਨੀ ਕੁ ਤਾਕਤ ਹੈ, ਦੁਨੀਆ ਵਿੱਚ ਸਿਫਤਾਂ ਹੁੰਦੀਆਂ ਨੇ, ਉਹ ਪਤਾ ਨਹੀਂ ਕਦੋਂ ਉਹਨਾਂ ਨੂੰ ਧਰਤੀ 'ਤੇ ਗੇਰ ਦਿੰਦਾ, ਭਾਵ ਉਹਨਾਂ ਦੀ ਇੱਜ਼ਤ ਸੰਸਾਰ ਵਿੱਚ ਰਹਿੰਦੀ ਨਹੀਂ। ਕਿੰਨੇ ਲੋਕ ਨੇ ਜੀ ਸੰਸਾਰ ਵਿੱਚ ਕਿਸੇ ਵੇਲੇ ਬੜੀ ਚੜ੍ਹਾਈ ਹੁੰਦੀ ਸੀ ਤੇ ਅੱਜ ਉਹ ਇੱਕ ਇੱਕ ਰੋਟੀ ਨੂੰ ਵੀ ਤਰਸਦੇ ਪਏ ਨੇ, ਬੜੇ ਨੇ ਐਸੇ। ਮੇਰੇ ਪਾਤਸ਼ਾਹ ਕਹਿੰਦੇ ਇਹ ਉਹ ਐਸਾ ਹੈ, ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਪਾਤਸ਼ਾਹ ਕਹਿੰਦੇ ਉਹ ਚਾਹੇ ਤੇ ਭਿਖਾਰੀ ਨੂੰ ਰਾਜਾ ਕਰ ਸਕਦਾ ਹੈ ਤੇ ਰਾਜੇ ਨੂੰ ਭਿਖਾਰੀ ਬਣਾ ਸਕਦਾ ਹੈ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ, ਉਹ ਐਸਾ ਸਮਰੱਥ ਹੈ, ਉਹ ਇੱਕ ਇਸਤਰੀ ਦੇ ਵਿੱਚੋਂ ਮਰਦ ਨੂੰ ਪੈਦਾ ਕਰ ਦਿੰਦਾ ਹੈ ਤੇ ਇੱਕ ਮਰਦ ਦੇ ਬਿੰਦ ਵਿੱਚੋਂ ਇਸਤਰੀ ਨੂੰ ਪੈਦਾ ਕਰਨ ਵਾਲਾ ਹੈ। ਕਿੰਨੀ ਕੁ ਸਿਆਣਪ ਹੋਏਗੀ ਜੀ ਉਹਦੇ ਵਿੱਚ। ਤੁਸੀਂ ਵੇਖੋ, ਇੱਕ ਮਰਦ ਤੋਂ ਬਿਨਾਂ ਇਸਤਰੀ ਦਾ ਜਨਮ ਨਹੀਂ ਹੋ ਸਕਦਾ ਤੇ ਇੱਕ ਇਸਤਰੀ ਤੋਂ ਬਿਨਾਂ ਮਰਦ ਦਾ ਜਨਮ ਨਹੀਂ ਹੋ ਸਕਦਾ। ਮਾਤ ਪਿਤਾ ਬਿਨ ਬਾਲ ਨਾ ਹੋਈ। ਜੇ ਧੀ ਪੈਦਾ ਕਰਨੀ ਹੈ ਫਿਰ ਵੀ ਮਰਦ ਦੀ ਲੋੜ ਹੈ, ਤੇ ਜੇ ਮਰਦ ਪੈਦਾ ਕਰਨਾ ਤੇ ਫਿਰ ਇਸਤਰੀ ਦੀ ਲੋੜ ਪਏਗੀ। ਪਾਤਸ਼ਾਹ ਕਹਿੰਦੇ ਇੰਨਾ ਸਮਰੱਥ ਹੈ ਉਹ ਵੀ ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ। ਮੇਰੇ ਪਾਤਸ਼ਾਹ ਤੂੰ ਇੰਨਾ ਸਮਰੱਥ ਹੈ ਵੀ ਤੇਰੀ ਇਸ ਕਲਾ ਨੂੰ, ਇਸ ਖੇਡ ਨੂੰ ਕਦੇ ਕੋਈ ਜਾਣ ਸਕਦਾ ਹੈ? ਪਾਤਸ਼ਾਹ ਕਹਿੰਦੇ ਨਹੀਂ ਜਾਣ ਸਕਦਾ, ਕਿਉਂਕਿ ਇਹ ਪਰਮਾਤਮਾ ਤੂੰ ਬੜਾ ਸਮਰੱਥ ਹੈ। ਜੋ ਤੂੰ ਕਰਨਾ ਹੈ ਉਹ ਦੁਨੀਆ ਦੇ ਕਿਸੇ ਬੰਦੇ ਦੀ ਸੋਚਣੀ ਵਿੱਚ ਨਹੀਂ ਹੁੰਦਾ। ਆ ਭਗਤ ਕਬੀਰ ਜੀ ਦਾ ਇੱਕ ਬਚਨ ਆਉਂਦਾ ਸਲੋਕਾਂ ਦੇ ਵਿੱਚ, ਉਹ ਕਹਿੰਦੇ ਕਬੀਰ ਮੇਰੇ ਚਿਤਵੇ ਕਿਆ ਹੋਏ, ਵੀ ਮੇਰੇ ਚਿਤਵਨ ਨਾਲ, ਮੇਰੇ ਸੋਚਣ ਨਾਲ ਕੀ ਕੁਛ ਹੋ ਸਕਦਾ ਹੈ? ਵੀ ਹੋਣਾ ਤੇ ਉਹੀ ਹੈ, ਆਪਣਾ ਚਿਤਵਿਆ ਹਰ ਕਰੈ। ਜੋ ਪਰਮਾਤਮਾ ਦੇ ਚਿੱਤ ਵਿੱਚ ਆਉਂਦਾ ਉਹਨੇ ਉਹੀ ਖੇਡ, ਉਹੀ ਕਲਾ ਸੰਸਾਰ ਦੇ ਵਿੱਚ ਵਰਤਾਉਣੀ ਹੈ। ਕਿਉਂਕਿ ਗੁਰੂ ਪਿਆਰਿਓ, ਜੇ ਬੰਦੇ ਦੇ ਸੋਚਣ ਨਾਲ ਕੁਝ ਹੁੰਦਾ ਹੋਵੇ ਨਾ, ਇਹ ਸੱਚ ਕਰਕੇ ਜਾਣਿਓ, ਹਰ ਬੰਦਾ ਚਾਹੁੰਦਾ, 100 ਦੇ ਵਿੱਚੋਂ 95 ਬੰਦੇ ਇਹ ਚਾਹੁੰਦੇ ਨੇ ਵੀ ਮੇਰੇ ਘਰ ਵਿੱਚ ਤਵਾ ਗਰਮ ਰਹਿਣਾ ਚਾਹੀਦਾ ਤੇ ਮੇਰੇ ਗਵਾਂਢੀ ਦਾ ਤਵਾ ਪੁੱਠਾ ਹੋਣਾ ਚਾਹੀਦਾ, ਉਹਦੇ ਘਰ ਰੋਟੀ ਨਹੀਂ ਪੱਕਣੀ ਚਾਹੀਦੀ। ਕਿਉਂਕਿ ਸਾਡੇ ਅੰਦਰ ਇਹ ਜੀਵਨ, ਸਾਡੀ ਇਹ ਜੀਵਨ ਦੀ ਅਵਸਥਾ ਹੈ। ਬੰਦਾ ਕਹਿੰਦਾ ਜੋ ਕੁਝ ਹੋਵੇ ਸਿਰਫ ਮੇਰੇ ਕੋਲ ਹੋਵੇ, ਤੇ ਜੇ ਗਵਾਂਢੀ ਕੋਲ ਆ ਗਿਆ ਤੇ ਬੰਦਾ ਕਹਿੰਦਾ ਵੀ ਸਾਰੀ ਜ਼ਿੰਦਗੀ ਇਹ ਕਿਵੇਂ ਇਹਦੇ ਕੋਲ ਆ ਗਿਆ, ਵੀ ਯਤਨ ਤੇ ਮੈਂ ਕੀਤਾ, ਮੇਰੇ ਗਵਾਂਢੀ ਦੇ ਕੋਲ ਇਹ ਕੁਝ ਕਿਉਂ ਹੈ? ਇਹ ਸੱਚਾਈ ਹੈ ਜੀ। ਬੰਦਾ ਜੋ ਕੁਝ ਚਾਹੁੰਦਾ ਹੈ, ਇੱਥੋਂ ਤੱਕ ਵੀ ਕੁਝ ਬੰਦਿਆਂ ਦੀ ਹਾਲਤ ਹੈ, ਉਹ ਕਹਿੰਦੇ ਨੇ ਵੀ ਮੇਰੇ ਘਰ ਵਿੱਚ ਭਾਵੇਂ ਸਾਈਕਲ ਵੀ ਨਾ ਹੋਵੇ, ਪਰ ਮੇਰੇ ਗਵਾਂਢੀ ਦੇ ਘਰ ਮੋਟਰਸਾਈਕਲ ਨਹੀਂ ਆਉਣਾ ਚਾਹੀਦਾ। ਇੰਨਾ ਕੁ ਸਾੜਾ ਰੱਖਣ ਵਾਲੇ ਵੀ ਸੰਸਾਰ ਵਿੱਚ ਨੇ। ਕਹਿੰਦੇ ਨਾ, ਕੋਈ ਬੰਦਾ ਉਹਨੇ ਆਪਣੇ ਘਰ ਵਿੱਚ ਛੇਤੀ ਕੰਮ ਕਰਵਾਉਣਾ ਸੀ, ਦਿਹਾੜੀਦਾਰ ਉਹਨੇ ਸੱਦੇ। ਦੇਖੋ ਬੰਦੇ ਦੀ ਸੋਚ ਦਾ ਦਾਇਰਾ, ਵੀ ਪਰਮਾਤਮਾ ਨੇ ਕਿਉਂ ਸਭ ਕੁਝ ਆਪਣੇ ਹੱਥ ਵਿੱਚ ਰੱਖਿਆ। ਜੇ ਸਾਡੇ ਸੋਚਣ 'ਤੇ ਸਭ ਕੁਝ ਸੀਮਤ ਰੱਖ ਦਿੰਦਾ ਵੀ ਬੰਦਿਆ ਜੋ ਤੂੰ ਸੋਚੇ ਉਹ ਹੋ ਜਾਏਗਾ, ਸੱਚ ਕਰਕੇ ਜਾਣਿਓ ਅਸੀਂ ਤਾਂ ਕੁਦਰਤ ਦੇ ਨਿਯਮ ਨੂੰ ਹੀ ਬਦਲ ਕੇ ਰੱਖ ਦੇਣਾ ਸੀ। ਆਖੋ ਸਤਿਨਾਮ। ਜੇ ਪਰਮਾਤਮਾ ਚਾਹੁੰਦਾ ਹੈ ਉਹਦੇ ਹੁਕਮ ਤੋਂ ਬਾਹਰ ਅਸੀਂ ਕੁਝ ਕਰ ਸਕੀਏ, ਤੇ ਬੰਦਾ ਸਭ ਤੋਂ ਪਹਿਲੀ ਚੀਜ਼ ਕੀ ਕਰੇਗਾ? ਉਹ ਇਹੀ ਸੋਚੇਗਾ ਵੀ ਮੈਂ ਕਦੇ ਮਰਾਂ ਨਾ। ਮਰਨਾ ਕੌਣ ਚਾਹੁੰਦਾ ਹੈ ਗੁਰੂ ਪਿਆਰਿਓ? ਇੱਥੇ ਇੱਕ ਬਜ਼ੁਰਗ ਹੈ, ਮੰਜੇ 'ਤੇ ਪਿਆ, ਬਿਮਾਰੀ ਨਾਲ ਤੜਫੀ ਜਾਂਦਾ ਹੈ, ਉਹ ਵੀ ਇਹ ਚਾਹੁੰਦਾ ਮੈਂ ਠੀਕ ਹੋ ਜਾਵਾਂ, ਉਹ ਇਹ ਨਹੀਂ ਚਾਹੁੰਦਾ ਮੈਂ ਮਰਨਾ ਚਾਹੁੰਦਾ ਹਾਂ।
ਕਦੇ ਸਾਡੇ ਸੋਚਣ ਨਾਲ ਜੇ ਕੁਝ ਹੋਣ ਲੱਗ ਪਏ, ਸਾਡੇ ਗਵਾਂਢੀ ਦੇ ਘਰ ਕਦੇ ਰੋਟੀ ਨਹੀਂ ਪੱਕੇਗੀ, ਕਦੇ ਖੁਸ਼ੀਆਂ ਨਹੀਂ ਆਵਣਗੀਆਂ। ਕਹਿੰਦੇ ਨਾ ਕਿਸੇ ਬੰਦੇ ਨੇ ਘਰ ਵਿੱਚ ਕੰਮ ਕਰਵਾਉਣਾ ਸੀ, ਥੋੜ੍ਹਾ ਜਿਹਾ ਖੁੱਲ੍ਹੇ ਦਿਲ ਵਾਲਾ ਸੀ, ਅਮੀਰ ਬੰਦਾ ਸੀ। ਕਹਿੰਦੇ ਉਹਨੇ ਵੇਖਿਆ ਵੀ ਅੱਜ ਦੀ ਦਿਹਾੜੀ ਅੱਧੀ ਲੰਘ ਗਈ, ਵੀ ਕੰਮ ਹਜੇ ਚੰਗੀ ਤਰ੍ਹਾਂ ਹੋਇਆ ਨਹੀਂ, ਕਿਉਂ ਨਾ ਕੁਝ ਬੰਦੇ ਹੋਰ ਬੁਲਾ ਲਏ ਜਾਣ। ਕਹਿੰਦੇ ਉਹਨੇ ਨਾ ਅੱਧੀ ਦਿਹਾੜੀ 'ਤੇ ਕੁਝ ਕੁ ਬੰਦੇ ਹੋਰ ਸੱਦ ਲਏ, ਅਤੇ ਚਲੋ ਜਿੱਥੇ ਪਹਿਲੇ 5 ਜਾਣੇ ਸਨ, 10 ਨੇ ਮਿਲ ਕੇ ਕਹਿੰਦੇ ਇੱਕੋ ਦਿਹਾੜੀ ਦੇ ਵਿੱਚ ਕੰਮ ਪੂਰਾ ਕਰ ਦਿੱਤਾ। ਅਤੇ ਉਹ ਜਿਹੜਾ ਜ਼ਿਮੀਂਦਾਰ ਸੀ ਬੜਾ ਖੁਸ਼ ਹੋਇਆ। ਉਹਨੇ ਕੀ ਕੀਤਾ ਵੀ ਜਿਹੜੇ ਸਵੇਰ ਵੇਲੇ ਤੋਂ ਆਏ ਸਨ ਉਹਨਾਂ ਨੂੰ ਵੀ ਪੂਰੀ ਦਿਹਾੜੀ ਦੇ ਦਿੱਤੀ, ਜਿਹੜੇ ਅੱਧੀ ਦਿਹਾੜੀ ਤੋਂ ਬਾਅਦ ਆਏ ਸਨ ਉਹਨਾਂ ਨੂੰ ਵੀ ਪੂਰੀ ਦਿਹਾੜੀ ਦੇ ਦਿੱਤੀ। ਅਤੇ ਜਿਹੜੇ ਸਵੇਰ ਦੇ ਆਏ ਉਹਨਾਂ ਦੇ ਮਨ ਵਿੱਚ ਇੱਕ ਗੱਲ ਵੱਜੀ ਵੀ ਮਨਾ ਅਸੀਂ ਸਵੇਰ ਦੇ ਖਪਦੇ ਪਏ ਹਾਂ, ਇਹਨਾਂ ਨੇ 4 ਘੰਟੇ ਕੰਮ ਕੀਤਾ ਅਤੇ ਸਾਡੇ ਜਿੰਨੀ ਮਜ਼ਦੂਰੀ ਲੈ ਲਈ। ਉਹ ਚਲੇ ਗਏ ਉਸ ਮਾਲਕ ਦੇ ਕੋਲ, ਕਹਿੰਦੇ ਜੀ ਨਹੀਂ, ਇਹ ਤੁਸੀਂ ਗਲਤ ਕੀਤਾ। ਉਹ ਕਹਿੰਦੇ ਕਿਉਂ? ਕਹਿੰਦੇ ਵੀ ਅਸੀਂ 8 ਘੰਟੇ ਕੰਮ ਕੀਤਾ ਅਤੇ ਸਾਨੂੰ ਪੂਰੀ ਦਿਹਾੜੀ ਮਿਲਣੀ ਚਾਹੀਦੀ, ਇਹਨਾਂ ਨੇ ਤਾਂ 4 ਘੰਟੇ ਕੰਮ ਕੀਤਾ, ਵੀ ਇਹਨਾਂ ਨੂੰ ਪੂਰੀ ਦਿਹਾੜੀ ਕਿਉਂ? ਉਹ ਮਾਲਕ ਥੋੜ੍ਹਾ ਵੱਡੇ ਦਿਲ ਵਾਲਾ, ਉਹ ਕਹਿੰਦਾ ਵੀ ਮੈਂ ਤੁਹਾਡੇ ਹੱਕ 'ਚੋਂ ਰੱਖ ਕੇ ਇਹਨਾਂ ਨੂੰ ਦਿੱਤੀ। ਉਹ ਕਹਿੰਦੇ ਨਹੀਂ, ਕਹਿੰਦੇ ਫਿਰ ਮੈਂ ਆਪਣੇ ਕੋਲੋਂ ਆਪਣੀ ਖੁਸ਼ੀ ਨਾਲ ਇਹਨਾਂ ਨੂੰ ਦਿਹਾੜੀ ਦਿੱਤੀ, ਮੈਂ ਅੱਧੀ ਦੇਵਾਂ ਪੂਰੀ ਦੇਵਾਂ, ਮੇਰੀ ਮਰਜ਼ੀ, ਤੁਹਾਨੂੰ ਤੁਹਾਡਾ ਹੱਕ ਮਿਲਿਆ ਹੈ ਨਾ। ਉਹ ਕਹਿੰਦੇ ਨਹੀਂ, ਇੱਦਾਂ ਗੱਲ ਨਹੀਂ, ਆਹ ਚੱਕੋ ਤੁਸੀਂ ਭਾਵੇਂ ਸਾਡੀ ਵੀ ਅੱਧੀ ਦਿਹਾੜੀ ਕਰ ਦਿਓ, ਪਰ ਇਹਨਾਂ ਨੂੰ ਵੀ ਅੱਧੀ ਦਿਹਾੜੀ ਹੀ ਮਿਲਣੀ ਚਾਹੀਦੀ ਹੈ, ਕਿਉਂਕਿ ਇਹਨਾਂ ਨੇ ਅੱਧੀ ਦਿਹਾੜੀ ਕੰਮ ਕੀਤਾ। ਵੀ ਸਾਡਾ ਵੀ ਨੁਕਸਾਨ ਹੁੰਦਾ ਤੇ ਹੋ ਜਾਏ, ਪਰ ਇਹਨਾਂ ਨੂੰ ਪੂਰੀ ਦਿਹਾੜੀ ਨਹੀਂ ਮਿਲਣੀ ਚਾਹੀਦੀ। ਮਾਲਕ ਦੇ ਨਾਲ ਨਾਰਾਜ਼ ਹੋਣ ਲੱਗ ਪਏ। ਵੀ ਇੱਥੇ ਤੱਕ ਬੰਦੇ ਦੀ ਸੋਚ ਹੈ ਵੀ ਉਹ ਕਹਿੰਦੇ ਵੀ ਮੇਰੇ ਕੋਲ ਭਾਵੇਂ ਮੈਨੂੰ ਘਾਟਾ ਪੈ ਜਾਏ, ਪਰ ਇਹਦੇ ਕੋਲ ਕੁਝ ਵੱਧ ਨਹੀਂ ਆਉਣਾ ਚਾਹੀਦਾ, ਮੇਰੇ ਨਾਲੋਂ ਵੱਧ ਇਹਨੂੰ ਕਿਉਂ ਮਿਲੇ। ਇਹ ਬੰਦੇ ਦੀ ਸੋਚ ਹੈ ਜੀ। ਪਰਮਾਤਮਾ ਕਿਉਂ ਸਭ ਕੁਝ ਆਪਣੇ ਹੱਥ ਵਿੱਚ ਰੱਖਦਾ ਪਿਆ? ਕਿਉਂਕਿ ਜੇ ਬੰਦੇ ਦੇ ਸੋਚਣ ਨਾਲ ਕੁਝ ਹੋ ਜਾਏ, ਉਹਦੇ ਗਵਾਂਢੀ ਦੇ ਘਰ ਕਦੇ ਰੋਟੀ ਨਹੀਂ ਪੱਕੇਗੀ, ਉਹਦੇ ਗਵਾਂਢੀ ਦੇ ਘਰ ਕਦੇ ਵੀ ਖੁਸ਼ੀਆਂ ਨਹੀਂ ਆਉਣਗੀਆਂ। ਕਿਉਂਕਿ ਕਿਹੜਾ ਜਰਦਾ ਹੈ ਜੀ ਅੱਜ ਦੇ ਸਮੇਂ ਵਿੱਚ। ਤੁਸੀਂ ਵੇਖਦੇ ਹੋ ਨਾ, ਜਦੋਂ ਕਿਸੇ ਦੇ ਨਾਲ ਲੜਾਈ ਹੋ ਜਾਂਦੀ ਹੈ, ਬੰਦਾ ਮਨ ਵਿੱਚੋਂ ਕਿੰਨੀਆਂ ਬਦਦੁਆਵਾਂ ਦਿੰਦਾ ਹੈ, ਸਾਰੇ ਰਿਸ਼ਤੇਦਾਰਾਂ ਨੂੰ ਯਾਦ ਕਰ ਦਿੰਦਾ ਉਹਦਿਆਂ ਨੂੰ ਜਦੋਂ ਕਿਸੇ ਨਾਲ ਲੜਾਈ ਹੁੰਦੀ ਹੈ। ਅਤੇ ਜੇ ਸਾਡੇ ਚਿਤਵਨ ਨਾਲ ਕੁਝ ਹੋਵੇ ਅਤੇ ਸੰਸਾਰ ਦੀ ਗੁਰੂ ਪਿਆਰਿਓ ਖੇਡ ਜਿਹੜੀ ਹੈ ਨਾ, ਇਹ ਤਾਂ ਇੱਥੇ ਹੀ ਬੰਦ ਹੋ ਜਾਏ। ਤਾਂ ਕਰਕੇ ਭਗਤ ਕਬੀਰ ਜੀ ਕਹਿੰਦੇ ਵੀ ਮੇਰੇ ਚਿਤਵੇ, ਵੀ ਸਾਡੇ ਚਿਤਵਨ ਨਾਲ ਕੀ ਹੁੰਦਾ ਹੈ ਜੀ, ਜੇ ਹੋਣ ਲੱਗ ਪਏ ਤਾਂ ਸੰਸਾਰ ਦੀ ਖੇਡ ਹੀ ਇੱਥੇ ਰੁਕ ਜਾਏ। ਕਿਉਂਕਿ ਗੁਰੂ ਪਿਆਰਿਓ ਸਾਡੇ ਜੀਵਨ ਦੀ ਅਵਸਥਾ ਉਹ ਨਹੀਂ ਹੈ ਜਿਸ ਅਵਸਥਾ ਵਿੱਚ ਜਾ ਕੇ ਇਸ ਗੱਲ ਨੂੰ ਮੰਨ ਲਿਆ ਜਾਏ। ਹਾਲਾਂਕਿ ਬੰਦਾ ਮਿੱਥਦਾ ਹੈ ਵੀ ਮੈਂ ਅੱਜ ਆਹ ਕਰਨਾ ਹੈ। ਭਗਤ ਕਬੀਰ ਜੀ ਕਹਿੰਦੇ ਵੀ ਤੂੰ ਕੁਛ ਨਾ, ਇੱਦਾਂ ਦਾ ਕੁਛ ਨਾ ਸੋਚ ਵੀ ਜੋ ਮੈਂ ਸੋਚਾਂ ਉਹੀ ਹੋਣਾ ਚਾਹੀਦਾ। ਕਿਉਂ ਨਹੀਂ ਸੋਚਣਾ? ਉਹ ਕਹਿੰਦੇ ਕਿਉਂਕਿ ਤੇਰੇ ਸੋਚਣ ਨਾਲ ਨਹੀਂ ਕੁਛ ਹੋਣਾ, ਹੋਣਾ ਉਹ ਹੈ ਜੋ ਪਰਮਾਤਮਾ ਨੇ ਖੇਡ ਵਰਤਾਉਣੀ ਹੈ। ਪਰ ਗੁਰੂ ਪਿਆਰਿਓ, ਇਸ ਸੰਸਾਰ ਦੇ ਵਿੱਚ ਨਾ, ਇਸ ਰਜਾ ਵਿੱਚ ਰਹਿਣ ਵਾਲੇ ਬਹੁਤ ਘੱਟ ਗਿਣਤੀ ਸੰਸਾਰ ਦੇ ਲੋਕ ਆਏ ਨੇ ਜਿਨ੍ਹਾਂ ਨੇ ਇਹ ਮੰਨਿਆ ਵੀ ਹਾਂ ਪਰਮਾਤਮਾ ਜੋ ਤੂੰ ਕਰ ਦਿੱਤਾ ਉਹ ਚੰਗਾ ਹੈ। ਵੇਖੋ 3 ਸ਼ਬਦ ਨੇ, ਇੱਕ ਹੈ ਰਜ਼ਾ, ਇੱਕ ਹੈ ਸੰਤੋਖ ਅਤੇ ਇੱਕ ਹੈ ਤਸਲੀਮ। ਇਹਨਾਂ 3 ਸ਼ਬਦਾਂ ਦੀ ਵਿਆਖਿਆ ਮੈਂ ਮਰਗ ਦੇ ਭੋਗ 'ਤੇ ਵੀ ਕੀਤੀ ਸੀ ਵੀ ਮਾਲਕ ਦੇ ਭਾਣੇ ਵਿੱਚ ਆਉਣ ਵਾਸਤੇ ਨਾ ਗੁਰੂ ਪਿਆਰਿਓ ਸਭ ਤੋਂ ਵੱਡੀਆਂ 3 ਚੀਜ਼ਾਂ ਨੇ, ਇੱਕ ਰਜ਼ਾ, ਇੱਕ ਸੰਤੋਖ ਅਤੇ ਇੱਕ ਤਸਲੀਮ। ਇਹ 3 ਚੀਜ਼ਾਂ ਜੇ ਸਾਡੀ ਜ਼ਿੰਦਗੀ ਵਿੱਚ ਆ ਗਈਆਂ, ਅਸੀਂ ਕਦੇ ਵੀ ਪਰਮਾਤਮਾ ਨਾਲ ਗਿਲਾ ਨਹੀਂ ਕਰਾਂਗੇ ਵੀ ਪਰਮਾਤਮਾ ਤੂੰ ਸਾਡੇ ਨਾਲ ਇਹ ਕਿਉਂ ਕਰ ਦਿੱਤਾ ਹੈ। ਕਿਉਂਕਿ ਬੰਦਾ ਸੋਚਦਾ ਕੁਝ ਹੋਰ ਹੈ ਅਤੇ ਹੁੰਦਾ ਕੁਛ ਹੋਰ ਹੈ। ਮਤਾ ਕਰੈ ਪੱਛਮ ਕੈ ਤਾਈ, ਪੂਰਬ ਹੀ ਲੈ ਜਾਤ, ਖਿਨ ਮਹਿ ਥਾਪ ਉਥਾਪਣ ਹਾਰਾ, ਆਪਣ ਹਾਥ ਮਤਾਤ। ਉਹ ਜਿਹੜੇ ਮਤੇ ਪਾਉਂਦਾ ਉਹ ਪਰਮਾਤਮਾ ਦੇ ਹੱਥ ਵਿੱਚ ਨੇ, ਅਤੇ ਜਿਹੜਾ ਮਤਾ ਉਹਨੇ ਪਾ ਦਿੱਤਾ, ਦੁਨੀਆ ਦੀ ਕੋਈ ਤਾਕਤ ਮਿਲ ਕੇ ਉਸ ਮਤੇ ਨੂੰ ਟਾਲ ਨਹੀਂ ਸਕਦੀ, ਉਹਦੇ ਹੁਕਮ ਨੂੰ ਟਾਲਿਆ ਨਹੀਂ ਜਾ ਸਕਦਾ। ਹੁਣ ਤੁਸੀਂ ਵੇਖੋ, ਹੁਕਮ ਬੰਦਾ ਵੀ ਕਰਦਾ ਹੈ। ਆ ਵੱਡੇ ਵੱਡੇ ਮੰਤਰੀ, ਵੱਡੇ ਵੱਡੇ ਲੀਡਰ ਹੁਕਮ ਤਾਂ ਇਹ ਵੀ ਕਰਦੇ ਨੇ ਦੇਸ਼ ਨੂੰ ਚਲਾਉਣ ਵਾਸਤੇ ਵੀ ਅੱਜ ਤੋਂ ਦੇਸ਼ ਵਿੱਚ ਆਹ ਚੀਜ਼ ਲਾਗੂ ਹੈ, ਕਰ ਦਿੰਦੇ ਨੇ। ਹੁਣ ਵੇਖੋ ਆ 3 ਬਿੱਲ ਪਾਸ ਹੋਏ ਨੇ, ਇਹਨਾਂ ਨੂੰ ਪਾਸ ਕਰਨ ਵਾਸਤੇ ਕਿੰਨੇ ਦਿਨ ਲੱਗਦੇ ਪਏ ਉਹਨਾਂ ਨੂੰ।
ਕਿੰਨੇ ਦਿਨ ਲੱਗੇ, ਕੀ ਪਖੰਡ ਕਰਨੇ ਪਏ। ਕਦੇ ਬਿਮਾਰੀ ਦਾ ਬਹਾਨਾ ਲਾ ਕੇ ਲੋਕਡਾਊਨ ਕਰਨਾ ਪਿਆ, ਕਦੇ ਕੁਛ ਕਰਨਾ ਪਿਆ। ਪਿੱਛੇ ਖੇਡ ਤੇ ਇਹੀ ਸੀ ਨਾ ਜੀ। ਹੁਣ ਪਤਾ ਤੇ ਸਾਨੂੰ ਵੀ ਹੈ ਕਿਹੜੀ ਬਿਮਾਰੀ ਸੀ, ਕਿਹੜਾ ਤਰੀਕਾ ਸੀ, ਕੀ ਚੀਜ਼ ਸੀ, ਵੀ ਕਾਰਨ ਕੋਈ ਹੋਰ ਸੀ। ਪਰ ਉਹਨਾਂ ਨੇ ਉਸ ਬਿੱਲ ਨੂੰ ਪਾਸ ਕਰਨ ਵਾਸਤੇ, ਉਸ ਹੁਕਮ ਨੂੰ ਦੁਨੀਆ ਵਿੱਚ ਲਾਗੂ ਕਰਨ ਵਾਸਤੇ ਕਿੰਨਾ ਕੁਝ ਕਰਨਾ ਪਿਆ। ਪਾਤਸ਼ਾਹ ਕਹਿੰਦੇ ਜਦੋਂ ਕਿਸੇ ਦੁਨਿਆਵੀ ਬੰਦੇ ਨੇ ਹੁਕਮ ਲਾਗੂ ਕਰਨਾ ਹੈ, ਉਹਨੂੰ ਕਈ ਵਾਰ ਦਿਨ ਵੀ ਲੱਗ ਜਾਂਦੇ ਨੇ, ਮਹੀਨੇ ਵੀ ਲੱਗ ਜਾਂਦੇ ਨੇ। ਪਰ ਜਿਸ ਦਿਨ ਪਰਮਾਤਮਾ ਨੇ ਹੁਕਮ ਕੋਈ ਚਲਾਉਣਾ ਹੈ, ਉਹਨੂੰ ਦਿਨਾਂ ਮਹੀਨਿਆਂ ਦੀ ਲੋੜ ਨਹੀਂ। ਉਹ ਅੱਖ ਝਪਕਣ ਜਿੰਨੇ ਸਮੇਂ ਦੇ ਵਿੱਚ ਖਿਨਮੈ ਰਾਓ ਰੰਕ ਕਉ ਕਰਈ, ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੈ ਜਹ ਤਾਕੋ ਵਿਵਹਾਰੇ। ਵੀ ਪਰਮਾਤਮਾ ਇਹ ਤੇਰਾ ਹੁਕਮ ਹੈ ਵੀ ਦੁਨੀਆ ਵਿੱਚ ਕਿਸੇ ਬੰਦੇ ਦੇ ਹੁਕਮ ਦੀ ਪਾਲਣਾ ਵਿੱਚ ਦੇਰੀ ਹੋ ਸਕਦੀ ਹੈ, ਪਰ ਜਿਸ ਦਿਨ ਤੂੰ ਕੁਝ ਮਿਥ ਲਿਆ, ਤੂੰ ਕੋਈ ਮਤਾ ਪਾ ਦਿੱਤਾ, ਦੁਨੀਆ ਦੀ ਕੋਈ ਵੀ ਤਾਕਤ ਮਿਲ ਕੇ ਉਸ ਮਤੇ ਨੂੰ ਟਾਲ ਨਹੀਂ ਸਕਦੀ। ਸਤਿਗੁਰੂ ਸਾਹਿਬ ਕਹਿੰਦੇ ਫਿਰ ਬੰਦਾ ਕੀ ਕਰੇ। ਮੇਰੇ ਪਾਤਸ਼ਾਹ ਕਹਿੰਦੇ ਇੱਕ ਗੱਲ ਮੰਨ ਲਏ, ਕਹੋ ਨਾਨਕ ਸੁਣ ਰੇ ਮਨਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮਨਾ ਇੱਕ ਗੱਲ, ਇੱਕ ਵਿਚਾਰ ਆਪਣੇ ਮਨ ਵਿੱਚ ਬਿਠਾ ਲੈ। ਕਿਹੜੀ? ਵੀ ਹਰ ਭਾਵੈ ਸੋ ਹੋਏ। ਵੀ ਪਰਮਾਤਮਾ ਜੋ ਕੁਝ ਤੈਨੂੰ ਭਾਉਂਦਾ ਉਹੀ ਤੂੰ ਕਰਨਾ ਹੈ। ਮੇਰੇ ਹੱਥ ਵਿੱਚ ਇਹ ਤਾਕਤ ਕਿੱਥੇ ਵੀ ਮੈਂ ਕੁਝ ਕਰ ਸਕਾਂ। ਦੇਖੋ ਪਹਿਲੀ ਚੀਜ਼ ਹੈ ਸਬਰ ਅਤੇ ਸੰਤੋਖ। ਜਦੋਂ ਕੁਝ ਦੁਨੀਆ ਵਿੱਚ ਵਾਪਰਦਾ ਨਾ ਗੁਰੂ ਪਿਆਰਿਓ, ਸਾਡੇ ਪਰਿਵਾਰ ਵਿੱਚ ਕੋਈ ਘਟਨਾ ਵਾਪਰ ਜਾਏ, ਬੰਦਾ ਪਹਿਲੀ ਚੀਜ਼ ਸਬਰ ਦਾ ਘੁੱਟ ਭਰ ਲਏ। ਹੁਣ ਸਬਰ ਦਾ ਘੁੱਟ ਕਿੱਥੇ ਭਰਿਆ ਜਾਂਦਾ ਹੈ? ਜਿੱਥੇ ਪਤਾ ਹੈ ਵੀ ਪਰਮਾਤਮਾ ਵੀ ਮੇਰੇ ਹੱਥ ਵਿੱਚ ਤਾਂ ਕੁਛ ਹੈ ਨਹੀਂ। ਹੁਣ ਇੱਕ ਬੰਦਾ ਹੈ, ਉਹਨੂੰ ਪਤਾ ਹੈ ਵੀ ਸਾਹਮਣੇ ਵਾਲਾ ਕੋਈ ਤਾਕਤ ਵਾਲਾ ਹੈ, ਮੈਂ ਸਾਰੀ ਜ਼ਿੰਦਗੀ ਵੀ ਜ਼ੋਰ ਲਾਵਾਂ, ਉਹਦੇ ਹੁਕਮ ਨੂੰ ਟਾਲ ਨਹੀਂ ਸਕਦਾ। ਫਿਰ ਉੱਥੇ ਬੰਦਾ ਕੀ ਕਰੇਗਾ ਜੀ? ਸਬਰ ਦਾ ਘੁੱਟ ਭਰੇਗਾ ਨਾ। ਇਹਨੂੰ ਹੀ ਗੁਰੂ ਸਾਹਿਬ ਨੇ ਕਿਹਾ ਵੀ ਜਿਸ ਅੱਗੇ ਜ਼ੋਰ ਨਾ ਚੱਲਈ ਤਿਸ ਕਹੀ ਬਣੈ। ਅਰਦਾਸ ਜਿਹਦੇ ਅੱਗੇ ਜ਼ੋਰ ਨਹੀਂ ਹੈ, ਕਹਿੰਦੇ ਉਹਦੇ ਅੱਗੇ ਇੱਕ ਹੱਥ ਜੋੜ ਕੇ ਬੇਨਤੀ ਕਰ ਦਵੇ ਵੀ ਮੇਰੇ ਹੱਥ ਵਿੱਚ ਤੇ ਕੁਛ ਨਹੀਂ, ਜੋ ਤੈਨੂੰ ਚੰਗਾ ਲੱਗਦਾ ਤੂੰ ਕਰ ਲੈ। ਇਹਨੂੰ ਕਹਿੰਦੇ ਨੇ ਸਬਰ ਵਿੱਚ ਆ ਜਾਣਾ। ਪਰ ਸਬਰ ਦੇ ਵਿੱਚ ਗੁਰੂ ਪਿਆਰਿਓ ਉਹ ਚੀਜ਼ ਨਹੀਂ ਹੈ, ਕਿਉਂਕਿ ਜੇ ਬੰਦੇ ਦੇ ਹੱਥ ਵਿੱਚ ਕੁਝ ਹੁੰਦਾ ਕੀ ਫਿਰ ਉਹ ਸਬਰ ਕਰ ਸਕਦਾ ਸੀ? ਹੁਣ ਇੱਕ ਉਦਾਹਰਨ ਲਓ ਵੀ ਸਾਨੂੰ ਪਤਾ ਹੈ ਪਰਮਾਤਮਾ ਸਾਡੇ ਵਿੱਚੋਂ ਕਿਸੇ ਪਰਿਵਾਰ ਦੇ ਜੀਅ ਨੂੰ ਲੈ ਗਿਆ, ਅਤੇ ਜੇ ਸਾਡੇ ਹੱਥ ਵੱਸ ਹੁੰਦਾ ਅਸੀਂ ਸਬਰ ਕਰਕੇ ਕਹਿੰਦੇ ਵੀ ਪਰਮਾਤਮਾ ਕੋਈ ਨਾ ਤੂੰ ਲੈ ਗਿਆ ਅਤੇ ਕੋਈ ਗੱਲ ਨਹੀਂ। ਅਸੀਂ ਕੀ ਕਰਦੇ? ਸਬਰ ਨੂੰ ਵਰਤਣ ਦੀ ਥਾਂ 'ਤੇ ਉਹ ਕੰਮ ਕਰਦੇ ਜਿਹਦੇ ਨਾਲ ਉਹ ਵਾਪਸ ਆ ਜਾਂਦਾ। ਪਰ ਪਤਾ ਹੈ ਵੀ ਵਾਪਸ ਨਹੀਂ ਆ ਸਕਦਾ। ਮਨ ਵਿੱਚ ਗਿਲੇ ਵੀ ਬੜੇ ਹੋਣਗੇ, ਰੱਬ ਦੇ ਪ੍ਰਤੀ ਰੋਸੇ ਵੀ ਬੜੇ ਹੋਣਗੇ, ਪਰ ਫਿਰ ਵੀ ਬੰਦਾ ਸਬਰ ਕਰਕੇ ਕਹਿ ਦਿੰਦਾ ਜੀ ਜੋ ਰੱਬ ਨੂੰ ਮਨਜ਼ੂਰ। ਪਰ ਅੰਦਰ ਫਿਰ ਵੀ ਇੱਕ ਗਿਲਾ ਹੈ। ਸਬਰ ਦੇ ਵਿੱਚ ਗਿਲਾ ਆ ਸਕਦਾ ਹੈ, ਰਜ਼ਾ ਦੇ ਵਿੱਚ ਕੋਈ ਗਿਲਾ ਨਹੀਂ ਹੁੰਦਾ। ਬੰਦਾ ਰਜ਼ਾ ਵਿੱਚ ਆ ਜਾਏ ਨਾ ਗੁਰੂ ਪਿਆਰਿਓ, ਰਜ਼ਾ ਦਾ ਮਤਲਬ ਕੀ ਹੈ ਵੀ ਮੇਰੇ ਹਰ ਜੀਓ ਵੀ ਐ ਮੇਰੇ ਸੱਚੇ ਪਰਮਾਤਮਾ ਵੀ ਜੋ ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਾਕੈ। ਸਾਡੇ ਵਿੱਚ ਜ਼ੋਰ ਨਹੀਂ, ਸਾਡੇ ਵਿੱਚ ਤਾਕਤ ਨਹੀਂ ਕੁਛ ਕਰ ਸਕੀਏ, ਸਭ ਕੁਝ ਕਰਨ ਵਾਲਾ ਤੂੰ ਹੈ। ਅਤੇ ਮੈਂ ਤੇਰੇ ਨਾਲ ਇਹ ਇੱਕ ਵਚਨ ਕਰਦਾ ਹਾਂ ਵੀ ਜੋ ਕੁਝ ਤੂੰ ਕਰ ਦਿੱਤਾ ਮੈਂ ਉਹਦੇ ਖਿਲਾਫ ਨਹੀਂ ਜਾਵਾਂਗਾ, ਤੇਰੀ ਰਜ਼ਾ ਸਮਝ ਕੇ ਉਹਨੂੰ ਮੰਨ ਲਵਾਂਗਾ। ਵੀ ਮੇਰੇ ਵਿੱਚ ਜ਼ੋਰ ਨਹੀਂ, ਮੇਰੇ ਵਿੱਚ ਤਾਕਤ ਨਹੀਂ ਹੈ। ਤੂੰ ਮੇਰੇ ਘਰ ਵਿੱਚ ਪੁੱਤ ਦੀ ਦਾਤ ਦਿੱਤੀ, ਮੈਂ ਤੇਰਾ ਸ਼ੁਕਰਾਨਾ ਕਰ ਸਕਦਾ ਹਾਂ। ਤੂੰ ਮੇਰੇ ਤੋਂ ਉਹ ਪੁੱਤ ਵਾਪਸ ਲੈ ਲਿਆ, ਕੀ ਮੈਂ ਤੇਰੇ 'ਤੇ ਰੋਅਬ ਮਾਰ ਸਕਦਾ ਵੀ ਤੂੰ ਇਹ ਕਿਉਂ ਕੀਤਾ ਹੈ? ਜਾਂ ਮੇਰੇ ਕੁਝ ਕਰਨ ਦੇ ਨਾਲ ਉਹ ਵਾਪਸ ਆ ਸਕਦਾ? ਨਹੀਂ ਆ ਸਕਦਾ। ਜੇ ਰੋ ਪਿੱਟ ਕੇ ਵੀ ਪਰਮਾਤਮਾ ਮੈਂ ਕੁਝ ਵਿਗਾੜ ਨਹੀਂ ਸਕਦਾ, ਫਿਰ ਕਿਉਂ ਨਾ ਮੈਂ ਤੇਰੀ ਰਜ਼ਾ ਦੇ ਵਿੱਚ ਹੀ ਆ ਜਾਵਾਂ ਵੀ ਜੋ ਤੂੰ ਕਰ ਦਿੱਤਾ, ਜੋ ਤਿਸ ਭਾਵ ਹੈ ਨਾਨਕਾ ਸਾਈ ਗੱਲ ਚੰਗੀ। ਅਤੇ ਇੱਕ ਤੀਜੀ ਚੀਜ਼ ਹੈ ਗੁਰੂ ਪਿਆਰਿਓ ਤਸਲੀਮ। ਵੇਖੋ ਬੰਦਾ ਸਬਰ ਦੇ ਵਿੱਚ ਵੀ ਰੱਬ ਦਾ ਸ਼ੁਕਰਾਨਾ ਨਹੀਂ ਕਰ ਸਕਦਾ, ਅਤੇ ਬੰਦਾ ਰਜ਼ਾ ਦੇ ਵਿੱਚ ਸਿਰਫ ਮੰਨ ਸਕਦਾ ਪਰਮਾਤਮਾ ਦੇ ਭਾਣੇ ਨੂੰ। ਤਸਲੀਮ ਸ਼ਬਦ ਐਸਾ ਹੈ ਜਿਹੜੇ ਬੰਦੇ ਦੀ ਜ਼ਿੰਦਗੀ ਵਿੱਚ ਆ ਜਾਏ ਨਾ ਗੁਰੂ ਪਿਆਰਿਓ, ਉਹਦੇ ਕੋਲੋਂ ਸਭ ਕੁਝ ਚਲਾ ਜਾਏ, ਉਦੋਂ ਵੀ ਉਹ ਰੱਬ ਦਾ ਸ਼ੁਕਰਾਨਾ ਕਰ ਸਕਦਾ ਹੈ। ਕਲਗੀਧਰ ਪਾਤਸ਼ਾਹ ਦੇ ਜੀਵਨ ਨੂੰ ਪੜ੍ਹੋ, ਉਹਨਾਂ ਨੇ ਇਸ ਸ਼ਬਦ ਦੀ ਵਿਆਖਿਆ ਬੜੀ ਸੋਹਣੀ ਕੀਤੀ। ਉਹ ਕਹਿੰਦੇ ਵੀ ਪਰਮਾਤਮਾ ਤੂੰ ਮੇਰੇ ਚਾਰੇ ਪੁੱਤ ਮੈਥੋਂ ਲੈ ਲਏ, ਕਹਿੰਦੇ ਮੈਨੂੰ ਤੇਰੇ ਨਾਲੋਂ ਕੋਈ ਗਿਲਾ ਨਹੀਂ, ਸਗੋਂ ਮੈਂ ਤੇਰਾ ਸ਼ੁਕਰਾਨਾ ਕਰਦਾ
ਵੀ ਮੈਂ ਆਪਣਾ ਕਰਜ਼ਾ ਥੋੜ੍ਹਾ ਥੋੜ੍ਹਾ ਕਰਕੇ ਤੈਨੂੰ ਮੋੜ ਦਿੱਤਾ ਹੈ। ਆਖੋ ਸਤਨਾਮ। ਇਹ ਹੈ ਤਸਲੀਮ। ਵੀ ਜੋ ਜੀਵਨ ਵਿੱਚ ਵਾਪਰਿਆ, ਭਾਈ ਭਿਖਾਰੀ ਜੀ ਦਾ ਜੀਵਨ ਪੜ੍ਹੋ। ਉਹਨਾਂ ਨੇ ਸਵੇਰੇ ਆਪਣੇ ਪੁੱਤ ਦਾ ਵਿਆਹ ਕੀਤਾ, ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਅੱਥ ਨੇ ਉਸੇ ਪੁੱਤ ਦੀ ਅਰਥੀ ਚੁੱਕਣੀ ਪੈ ਗਈ ਅਤੇ ਸ਼ੁਕਰਾਨਾ ਕੀ ਕੀਤਾ ਵੀ ਪਰਮਾਤਮਾ ਜਦੋਂ ਤੂੰ ਇਹ ਦਿੱਤਾ ਸੀ ਉਦੋਂ ਵੀ ਤੇਰਾ ਸ਼ੁਕਰ ਸੀ, ਅੱਜ ਜਿੰਨਾ ਸਮਾਂ ਤੂੰ ਇਹਨੂੰ ਦੇ ਕੇ ਰੱਖਿਆ, ਅੱਜ ਤੂੰ ਮੈਥੋਂ ਇਹ ਚੀਜ਼ ਵਾਪਸ ਲੈ ਲਈ, ਇਹ ਦਾਤ ਵਾਪਸ ਲੈ ਲਈ, ਹੁਣ ਵੀ ਤੇਰਾ ਸ਼ੁਕਰਾਨਾ ਹੈ। ਇਹਨੂੰ ਕਹਿੰਦੇ ਨੇ ਤਸਲੀਮ ਵਿੱਚ ਆ ਜਾਣਾ। ਗੁਰੂ ਪਿਆਰਿਓ, ਇਹ ਚੀਜ਼ਾਂ ਨਾ ਸੰਸਾਰ ਵਿੱਚ ਬੜੇ ਥੋੜ੍ਹੇ ਬੰਦਿਆਂ ਵਿੱਚ ਹੁੰਦੀਆਂ ਨੇ। ਸਬਰ, ਰਜ਼ਾ ਅਤੇ ਤਸਲੀਮ। ਅਸੀਂ ਬਹੁਤੇ ਬੇਸਬਰੇ ਹਾਂ, ਬੇਜ਼ੁਬਾਨੇ ਹਾਂ। ਸਾਡਾ ਪ੍ਰੇਮ ਪਰਮਾਤਮਾ ਨਾਲ ਉੱਦਾਂ ਦਾ ਹੈ, ਸਾਡੇ ਜੀਵਨ ਦੀ ਅਵਸਥਾ ਉਹ ਹੈ ਵੀ ਜੇ ਤੇ ਪਰਮਾਤਮਾ ਕੁਝ ਦਿੰਦਾ ਪਿਆ ਤੇ ਪਰਮਾਤਮਾ ਬੜੀ ਮਹਾਨ ਚੀਜ਼ ਹੈ, ਅਤੇ ਜਿੱਦਣ ਪਰਮਾਤਮਾ ਨੇ ਕੁਛ ਲੈ ਲਿਆ ਉਦਣ ਰੱਬ ਸਾਨੂੰ ਦੁਸ਼ਮਣ ਲੱਗਣ ਲੱਗ ਪੈਂਦਾ ਹੈ। ਪਰ ਭਗਤ ਕਬੀਰ ਜੀ ਕਹਿੰਦੇ ਵੀ ਨਹੀਂ, ਇੱਦਾਂ ਦਾ ਨਹੀਂ, ਵੀ ਇਹ ਤਾਂ ਬੰਦੇ ਦੀ ਇੱਕ ਸੋਚ ਹੈ, ਉਹਦੇ ਫੁਰਨੇ ਨੇ ਜੋ ਚਾਹੁੰਦੇ ਨੇ ਇੱਦਾਂ ਹੋਣਾ ਚਾਹੀਦਾ ਹੈ, ਪਰ ਹੁੰਦਾ ਸੰਸਾਰ ਵਿੱਚ ਉਹੀ ਹੈ ਜੋ ਅਕਾਲ ਪੁਰਖ ਪਰਮਾਤਮਾ ਨੂੰ ਭਾਉਂਦਾ ਪਿਆ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬੰਦਾ ਯਤਨ ਕਿੰਨੇ ਕਰਦਾ ਹੈ ਜੀ, ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਕਹਿੰਦੇ ਬੰਦਾ ਜਿੰਨੀਆਂ ਅਰਦਾਸਾਂ ਕਰਦਾ ਹੈ, ਜਿੰਨੇ ਯਤਨ ਕਰਦਾ ਹੈ, ਸਾਰੇ ਸਿਰਫ ਅਤੇ ਸਿਰਫ ਸੁੱਖ ਵਾਸਤੇ ਹੁੰਦੇ ਨੇ, ਦੁੱਖ ਵਾਸਤੇ ਕਦੇ ਕੋਈ ਅਰਦਾਸ ਨਹੀਂ ਕੀਤੀ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਕੋਈ ਦੁੱਖ ਨਹੀਂ ਮੰਗਦਾ, ਪਰ ਫਿਰ ਵੀ ਹੁੰਦਾ ਕੀ ਹੈ ਵੀ ਸੁੱਖ ਮੰਗਿਆ ਮਿਲਦਾ ਨਹੀਂ ਅਤੇ ਦੁੱਖ ਬਿਨਾਂ ਮੰਗਿਆ ਆ ਜਾਂਦਾ ਹੈ। ਆਖੋ ਸਤਨਾਮ। ਆ ਹੁਣ ਜਿੰਨੇ ਆਪਾਂ ਇੱਥੇ ਬੈਠੇ ਹਾਂ, ਆਪਣੇ ਅੰਦਰ ਨੂੰ ਪੁੱਛੀਏ ਵੀ ਮਨਾ ਆਪਾਂ ਕਦੇ ਦੁੱਖ ਮੰਗਿਆ ਰੱਬ ਤੋਂ? ਕਦੇ ਕਿਸੇ ਨੇ ਨਹੀਂ ਮੰਗਿਆ। ਅਤੇ ਜਿੰਨੇ ਇੱਥੇ ਜੁੜ ਬੈਠੇ ਹਾਂ, ਸਾਰੇ ਮਨ ਤੋਂ ਪੁੱਛੇ ਵੀ ਮਨਾ ਕੀ ਤੇਰੀ ਜ਼ਿੰਦਗੀ ਵਿੱਚ ਕਦੇ ਕੋਈ ਦੁੱਖ ਆਇਆ ਨਹੀਂ? ਆਏ ਨੇ ਨਾ, ਫਿਰ ਵੀ ਦੁੱਖ ਮੰਗਿਆ ਨਹੀਂ ਤਾਂ ਵੀ ਆ ਗਿਆ, ਸੁੱਖ ਰੋਜ਼ ਮੰਗਦਿਆਂ ਫਿਰ ਵੀ ਮਿਲਦਾ ਨਹੀਂ ਪਿਆ। ਆਖੋ ਸਤਨਾਮ। ਕਾਰਨ ਕੀ? ਕਾਰਨ ਇਹ ਵੀ ਉਹਦੀ ਰਜ਼ਾ ਵਿੱਚ ਰਹਿਣਾ ਨਹੀਂ ਆਇਆ। ਸੁੱਖ ਕਿੱਥੇ ਹੈ? ਮੇਰੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੀ ਸ਼ਰਨ ਵਿੱਚ, ਉਹਦੀ ਰਜ਼ਾ ਦੇ ਵਿੱਚ ਸੁੱਖ ਹੈ। ਤੂੰ ਇਹ ਗੱਲ ਮੰਨ ਲੈ, ਕਹੋ ਨਾਨਕ ਸੁਣ ਰੇ ਮਨਾ ਹਰ ਭਾਵੈ ਸੋ ਹੋਏ। ਜਿੱਦਣ ਇਹ ਬਚਨ ਅੰਦਰ ਦ੍ਰਿੜ ਹੋ ਗਿਆ, ਸਤਿਗੁਰੂ ਸਾਹਿਬ ਕਹਿੰਦੇ ਉਸ ਦਿਨ ਤੋਂ ਤੈਨੂੰ ਸੁਖੀ ਰਹਿਣਾ ਆ ਜਾਏਗਾ। ਉਸ ਦਿਨ ਤੇਰੇ ਲੋਕ ਸੁਖੀਏ ਅਤੇ ਪਰਲੋਕ ਸੁਹੇਲੇ ਹੋਣਗੇ। ਉਸ ਦਿਨ ਤੋਂ ਹੀ ਤੇਰੇ ਜੀਵਨ ਦੀ ਪਦਵੀ ਉੱਚੀ ਹੋ ਜਾਏਗੀ। ਸੋ ਮੇਰੇ ਸਤਿਗੁਰੂ ਸਾਹਿਬ ਕਿਰਪਾ ਕਰ ਦੇਣ, ਸਾਨੂੰ ਸਾਰਿਆਂ ਨੂੰ ਮਾਲਕ ਦੀ ਰਜ਼ਾ ਵਿੱਚ ਰਹਿਣ ਦਾ ਢੰਗ ਆ ਜਾਏ। ਸਾਨੂੰ ਸਾਰਿਆਂ ਨੂੰ ਉਸ ਮਾਲਕ ਦੀ ਰਜ਼ਾ ਵਿੱਚ, ਉਹਦੀ ਤਸਲੀਮ ਦੇ ਵਿੱਚ ਰਹਿਣ ਦਾ ਢੰਗ ਆਏ। ਸਾਡਾ ਸਾਰਿਆਂ ਦਾ ਜੀਵਨ ਸਫਲਾ ਹੋਵੇ। ਇਸ ਸੰਸਾਰ ਵਿੱਚ ਸਭ ਤੋਂ ਵੱਡੀ ਤਾਕਤ ਪਰਮਾਤਮਾ ਹੈ। ਜੋ ਉਹਨੇ ਵਰਤਾਉਣਾ ਹੈ, ਜੋ ਉਹਨੇ ਕਰਨਾ ਹੈ, ਉਹੀ ਸੰਸਾਰ ਦੇ ਵਿੱਚ ਵਰਤਣਾ ਹੈ, ਉਹੀ ਹੋਣਾ ਹੈ। ਸਾਡੇ ਕੋਲ ਸਿਰਫ ਇੱਕ ਅਰਦਾਸ ਹੈ, ਇੱਕ ਬੇਨਤੀ ਹੈ। ਇਸ ਤੋਂ ਅੱਗੇ ਬੰਦੇ ਦੀ ਕੋਈ ਔਕਾਤ ਨਹੀਂ। ਆਪਾਂ ਉਹਦੇ ਚਰਨਾਂ ਵਿੱਚ ਇੱਕੋ ਬੇਨਤੀ ਕਰੀਏ ਵੀ ਸਤਿਗੁਰੂ ਸਾਨੂੰ ਤੇਰੀ ਰਜ਼ਾ ਦੇ ਵਿੱਚ ਰਹਿਣਾ